उस धरती के उत्ते 10 लाख लाशां दा विछ जाना दुनिया भर के इतिहास की एक वड्डी त्रासदी है। मैनूं दुख नाल इह कहना पैंदा कि दोवें देश दीयां पार्लीमेंट सरकारां इहनूं भुल चुकीआं सी। जश्न मनाए जा रहे पर जख्मां की बात नहीं की जा रही। जे पासपोर्ट लाजमी होवे फिर तां पासपोर्ट नाल चल जाइए, आधार कार्ड लाजमी है सारिਆਂ को। सो इदां दा इन्हां नूं चाहीदी है प्रक्रिया बनाउणी ਜਿਹੜਾ कि कोई भी पुरानी देशवासी ਜਿਹੜਾ जाना चाहे ਉੱਥੇ जा सकता है। भोग पवाया होएगा कि नहीं उन्हां दीयां किसी भी धर्म मुताबिक ਜਿਹੜੀਆਂ अंतिम रस्मां अंतिम अरदासां नहीं कीतियां होणगीਆਂ। 75 ਸਾਲਾਂ ਬਾਅਦ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਤੇ ਉਹਨਾਂ ਸਾਰੀਆਂ ਰੂਹਾਂ ਦੇ ਲਈ ਅੰਤਮ ਅਰਦਾਸ ਹੋਈ। ਉਹਨਾਂ ਨੂੰ ਯਾਦ ਹੀ ਨਹੀਂ ਕੀਤਾ ਗਿਆ ਕਿ ਜੇ ਅਰਦਾਸ ਕਰਦੇ ਆਪਾਂ ਰੋਜ਼ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸਾਨੂੰ ਖੁੱਲੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲੇ। ਗੁਰੂ ਸਾਹਿਬ ਬਲ ਬਖਸ਼ਣ। ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਜਾਂ ਜਿਹੜੇ ਵੀ ਗੁਰਧਾਮ ਵਿਛੜ ਗਏ ਨੇ ਉਸ ਸਮੇਂ ਤੇ ਇਹ ਸਾਰਾ ਜਿਹੜੀਆਂ ਪਾਬੰਦੀ ਹਟਣੀਆਂ ਚਾਹੀਦੀਆਂ ਆ ਤੇ ਆਪਣੇ ਇਧਰੋਂ ਸੰਗਤਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ, ਚਾਹੇ ਕਰਤਾਰਪੁਰ ਸਾਹਿਬ ਜਾਣ, ਨਨਕਾਣਾ ਸਾਹਿਬ ਜਾਣ। ਉਧਰੋਂ ਜਿਹੜਾ ਦਾਵਾ ਇੱਕ ਤਰੀਕੇ ਨਾਲ ਛੱਡ ਗਏ ਆ, ਮਹਿਜ ਇੱਕ ਅਰਦਾਸ ਦਾ ਹਿੱਸਾ ਬਣ ਕੇ ਰਹਿ ਗਿਆ। ਕੋਈ ਕੌਮ ਇਹਦੇ ਲਈ ਕੋਈ ਜੰਗੀ ਪੱਧਰ ਤੇ ਕੋਈ ਲੜਾਈ ਨਹੀਂ ਲੜ ਰਹੀ ਹੈ ਨਾ, ਇਹ ਸਿਰਫ ਇੱਕ ਅਰਦਾਸ ਦਾ ਹਿੱਸਾ ਬਣ ਕੇ ਰਹਿ ਗਿਆ। ਤੇ ਇੱਧਰਲਾ ਹਿੱਸਾ ਵੀ ਜਿਹੜਾ ਪ੍ਰਵਾਸ ਤੇ ਉਜਾੜਾ ਹੁਣ ਅਸੀਂ ਆਪ ਚੁਣਿਆ। ਜਦੋਂ ਇੱਥੋਂ ਜਾ ਰਹੇ ਆ, ਮਾਈਗ੍ਰੇਟ ਹੋ ਰਹੇ ਆ ਤੇ ਇੱਥੋਂ ਜਿਹੜੀਆਂ ਜੜ੍ਹਾਂ ਖਤਮ ਕਰਕੇ ਜਾ ਰਹੇ ਆ। ਤੇ ਪੰਡਿਤ ਨਹਿਰੂ ਨੇ ਜਾਂ ਮਹਾਤਮਾ ਗਾਂਧੀ ਨੇ ਕਿਹਾ ਕਿ ਹਾਫ ਬੈਟਲ ਆਫ ਫਰੀडम ਵਾਸ ਵਨ ਐਟ ਜੈਤੋ। ਉਹਨਾਂ ਨੇ ਕਿਹਾ ਅੱਧੀ ਆਜ਼ਾਦੀ ਦੀ ਲੜਾਈ ਜੈਤੋ ਦੇ ਮੋਰਚੇ ਨੇ ਜਿੱਤ ਲਈ ਆ। ਤਾਂ ਦੇਖ ਲਓ ਜੇ ਜੈਤੋ ਦਾ ਮੋਰਚਾ ਅਸੀਂ ਅੱਧੀ ਆਜ਼ਾਦੀ ਦੀ ਲੜਾਈ ਜਿੱਤ ਸਕਦਾ ਸੀਗਾ ਤੇ ਫਿਰ ਭਾਈ ਤੁਸੀਂ ਜਿਹੜਾ ਪੰਜਾਬ ਨੂੰ ਕਿਉਂ ਚੀਰਿਆ? ਤੁਸੀਂ ਪੰਜਾਬ ਦੀ ਵੰਡ ਕਿਉਂ ਕੀਤੀ? ਪੰਜਾਬੀ ਤਾਂ ਚਾਹੁੰਦੇ ਨਹੀਂ ਸੀ ਜੁਦਾ ਹੋਣਾ। ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਮੋਦੀ ਦੇ ਸ਼ਾਹ ਦਾ ਮਾਰਕੀਟਿੰਗ ਦੇ ਵਿੱਚ ਨਾਟਕਬਾਜ਼ੀ ਜੁਮਲੇਬਾਜ਼ੀ 'ਚ ਉਹਨਾਂ ਦੇ ਪਿਓ ਨੇ। ਠੀਕ ਹੈ, ਸੋ ਉਹ ਜਿਹੜੀਆਂ ਅੱਗੇ ਹੁੰਦਾ ਸੀ ਵੀ ਇਹ ਇਲੈਕਸ਼ਨਸ ਕੈਂਪੇਨਸ ਜਿਹੜੀਆਂ ਇਲੈਕਸ਼ਨ ਵੇਲੇ ਹੁੰਦੀਆਂ ਸੀ। ਕਾਫੀ ਵਿਦ ਕੈਪਟਨ ਅਸੀਂ ਦੇਖਿਆ ਨਾ, ਹਲਕੇ 'ਚ ਕੈਪਟਨ, ਉਹ 2-3 ਮਹੀਨੇ ਦੀ ਕੈਂਪੇਨ ਹੁੰਦੀ। ਸੋ ਪੰਜਾਬੀ ਸੂਬਾ ਪੰਜਾਬ ਦੀ ਵੰਡ ਜਦੋਂ ਹੋਈ ਆ ਉਹ ਸਹੀ ਤਰੀਕੇ ਨਾਲ ਨਹੀਂ ਹੋਈ। ਸਹੀ ਤਰੀਕੇ ਨਾਲ ਕਿਵੇਂ ਕਹਿ ਸਕਦੇ ਆ? ਰਾਜਧਾਨੀ ਨਹੀਂ ਸਾਨੂੰ ਮਿਲੀ ਅੱਜ ਤੱਕ। ਦੱਸੋ ਕਿਹੜਾ ਸੂਬਾ ਹਿੰਦੁਸਤਾਨ ਦਾ ਜੇ ਕੋਈ ਆਪਣੀ ਰਾਜਧਾਨੀ ਨਹੀਂ? ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਬਣਿਆ, ਇੱਕ ਨੂੰ ਆਪਣਾ ਮਿਲ ਗਿਆ ਹੈਦਰਾਬਾਦ, ਦੂਸਰਾ ਆਪਣੀ ਰਾਜਧਾਨੀ ਬਣਾ ਰਿਹਾ, ਚਾਹੇ ਅਮਰਾਵਤੀ ਬਣਾਵੇ, ਜਿੱਥੇ ਬਣਾਵੇ। ਉਹਨਾਂ ਨੇ ਫੈਸਲਾ ਕਰ ਲਿਆ ਵੀ ਰਾਜਧਾਨੀ ਇੱਕ ਸੂਬੇ ਦੀ ਰਹੂਗੀ। ਉਸ ਵਕਤ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਨਫਰੰਸਾਂ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਬੈਠਕਾਂ ਦੇ ਵਿੱਚ ਤੁਸੀਂ ਰਿਕਾਰਡ ਦੇਖੋ, ਉਦੋਂ ਸਿੱਖ ਹੋਮਲੈਂਡ ਦੀ ਜਿਹੜੀ ਮੰਗ ਬਾਰ-ਬਾਰ ਕੀਤੀ ਜਾ ਰਹੀ ਸੀ ਤੇ ਉਹਦੀ ਕਸਰ ਕੱਢਣ ਲਈ ਹਰ ਉਹ ਚੀਜ਼ ਜਿਹਨੇ ਸਾਡੀ ਬਗਾਵਤ ਦਾ ਸੇਕਾ ਝੇਲਿਆ ਸੀ। ਵਿਚਾਰਧਾਰਕ ਤੌਰ ਤੇ ਮਨੂਵਾਦੀਆਂ ਨੇ ਸਾਡੀ ਬਗਾਵਤ ਝੇਲੀ ਸੀ ਤੇ ਸਰੀਰਕ ਤੌਰ ਤੇ ਅੰਗਰੇਜ਼ਾਂ ਨੇ ਝੇਲੀ ਸੀ। ਦੇਸ਼ 76ਵਾਂ ਆਜ਼ਾਦੀ ਦਿਵਸ ਮਨਾ ਰਿਹਾ, ਖੁਸ਼ੀਆਂ ਮਨਾਈਆਂ ਜਾ ਰਹੀਆਂ ਤੇ ਦੂਜੇ ਪਾਸੇ ਅੱਜ ਕਰਤਾਰਪੁਰ ਕੋਰੀਡੋਰ ਤੇ ਅਰਦਾਸ ਹੋਈ ਆ ਤੇ ਅਰਦਾਸ ਦੇ ਵਿੱਚ ਸਮੂਹ ਜਿਹੜਾ ਕਿ ਕਤਲੇਆਮ ਹੋਇਆ ਸੀ ਉਸ ਟਾਈਮ ਦੇ ਉੱਤੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੁੰਦੀ ਆ ਤੇ 10 ਲੱਖ ਤੋਂ ਵੱਧ ਦਾ ਕਤਲੇਆਮ ਜਿਹੜਾ ਹੋਇਆ ਸੀ ਉਹਦੇ ਵਾਸਤੇ ਇੱਕ ਸਮੂਹਕ ਅਰਦਾਸ ਬੇਨਤੀ ਕੀਤੀ ਜਾਂਦੀ ਆ। ਸਿੰਘ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਸੀ, ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਹਿਯੋਗੀ ਜਥੇਬੰਦੀਆਂ ਪਹੁੰਚੀਆਂ ਇੱਥੇ ਅਰਦਾਸ ਬੇਨਤੀ ਕੋਰੀਡੋਰ ਤੇ ਕੀਤੀ ਤੇ ਤਕਰੀਬਨ ਇਹ ਦੂਸਰਾ ਸਾਲ ਆ। ਪਿਛਲੇ ਸਾਲ ਵੀ ਅਰਦਾਸ ਬੇਨਤੀ ਕੀਤੀ ਗਈ ਸੀ ਤੇ ਇੱਥੇ ਹੀ ਅਰਦਾਸ ਹੁੰਦੀ ਰਹੀ ਸੀ ਵਾਘੇ ਦੇ ਦਰਸ਼ਨਾਂ ਵਾਸਤੇ, ਵਾਘੇ ਤੋਂ ਅੱਗੇ ਜਾਣ ਵਾਸਤੇ, ਕਰਤਾਰਪੁਰ ਕੋਰੀਡੋਰ ਤੋਂ ਕਰਤਾਰਪੁਰ ਦੇ ਲਾਂਘੇ ਵਾਸਤੇ 18 ਸਾਲ ਦੇ ਕਰੀਬ ਅਰਦਾਸ ਬੇਨਤੀ ਹੋਈ ਸੀ। ਉਸ ਅਰਦਾਸ ਬੇਨਤੀ ਨੂੰ ਬੂਰ ਪਿਆ ਤੇ ਇਸ ਟਾਈਮ ਦੇ ਉੱਤੇ ਸੰਗਤ ਜਿਹੜੀ ਕਰਤਾਰਪੁਰ ਕੋਰੀਡੋਰ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀ ਆ। ਵਿਸ਼ੇਸ਼ ਉਪਰਾਲਾ ਸੀ ਜਿਨ੍ਹਾਂ ਵੀਰਾਂ ਦਾ, ਉਹਦੇ ਵਿੱਚ ਵੀਰ ਪਰਮਪਾਲ ਸਿੰਘ ਆ, ਸੁਖਦੇਵ ਸਿੰਘ ਫਗਵਾੜਾ ਜੀ ਆ ਤੇ ਬਾਕੀ ਸਹਿਯੋਗੀ ਵੀਰ ਸਾਰੇ ਸਾਡੇ ਨਾਲ ਆ। ਸਾਰਿਆਂ ਨਾਲ ਗੱਲਬਾਤ ਕਰਾਂਗੇ। ਇਹ ਪ੍ਰੋਗਰਾਮ ਲੀਕਣੇ ਕਿਉਂ ਪਏ? 76 ਸਾਲ ਆਜ਼ਾਦੀ ਦੇ ਦੇਸ਼ ਮਨਾ ਰਿਹਾ, ਤੁਹਾਡੇ ਵੱਲੋਂ ਇਹ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜਿਹੜੇ 10 ਲੱਖ ਤੋਂ ਵੱਧ ਕਤਲੇਆਮ ਹੋਇਆ ਸੀ। ਪਹਿਲਾਂ ਫਤਿਹ ਸਾਂਝ ਕਰਦੇ ਹਾਂ ਜੀ। ਪੈਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪਿਛਲੇ ਸਾਲ ਇਹ ਉਪਰਾਲਾ ਸਟਾਰਟ ਹੋਇਆ ਸੀ, ਦੂਸਰੀ ਅਰਦਾਸ ਬੇਨਤੀ ਹੈ ਜੀ। ਦੇਖੋ ਵੀਰ ਜੀ, ਸਿੱਖ ਤਾਂ ਜਦੋਂ ਦੇ ਪੰਜਾਬ ਦਾ ਟੋਟੇ ਹੋਏ ਆ ਉਦੋਂ ਦਾ ਹੀ ਅਰਦਾਸ ਦੇ ਵਿੱਚ ਸ਼ਾਮਲ ਲੈ ਕੇ ਸਾਡੇ ਜਿਹੜੇ ਗੁਰਧਾਮ ਪੰਥ ਤੋਂ ਵਿਛੋੜ ਦਿੱਤੇ ਗਏ ਨੇ ਤੇ ਇਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਦੀ ਬਾਤ ਜਿਹੜੀ ਅਸੀਂ ਅਰਦਾਸ ਦੇ ਰਾਹੀਂ ਪਾਉਂਦੇ ਹਾਂ। ਪਰ ਪਿਛਲੇ ਸਾਲ ਇੱਦਾਂ ਸੀ ਵੀ ਜਿਸ ਢੰਗ ਨਾਲ ਦੇਸ਼ 75 ਸਾਲਾ ਆਜ਼ਾਦੀ ਦੇ ਜਸ਼ਨ ਮਨਾ ਕੇ ਤੇ ਹਰ ਘਰ ਤਿਰੰਗਾ ਦੀ ਲਹਿਰ ਚਲਾ ਰਿਹਾ ਸੀ, ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਦੀਵੇ ਜਗਾਏ ਜਾ ਰਹੇ ਸੀਗੇ, ਲੱਡੂ ਵੰਡੇ ਜਾ ਰਹੇ ਸੀ, ਜਸ਼ਨ ਮਨਾਏ ਜਾ ਰਹੇ ਸੀ। ਉਸ ਵੇਲੇ ਸ਼ਾਇਦ ਭਾਰਤ ਵਿੱਚੋਂ ਕਿਸੇ ਨੇ ਵੀ ਇਹ ਫੀਲ ਨਹੀਂ ਕੀਤਾ
ਕਿ ਜਿੱਥੇ ਭਾਰਤ ਦੀ ਆਜ਼ਾਦੀ ਮਿਲੀ, ਪਾਕਿਸਤਾਨ ਨੂੰ ਆਜ਼ਾਦੀ ਮਿਲੀ, ਉੱਥੇ ਪੰਜਾਬ ਨੇ 75 ਸਾਲ ਹੋ ਗਏ ਇੱਕ ਵੱਡਾ ਸੰਤਾਪ ਹੰਡਾਇਆ, ਜਿਹਦੇ ਵਿੱਚ 10 ਲੱਖ ਪੰਜਾਬੀ ਮਾਰੇ ਗਏ, ਇਹ ਤੋਂ ਦੁੱਗਣੇ ਜ਼ਖਮੀ ਹੋਏ ਤੇ ਤਕਰੀਬਨ 1 ਕਰੋੜ ਦੇ ਕਰੀਬ ਪੰਜਾਬੀ ਘਰੋਂ ਬੇਘਰ ਹੋਏ। ਬਾਰ-ਬਾਰ ਭਾਵੇਂ ਪੰਜਾਬ ਉਜੜਦਾ ਆਇਆ, ਵਸਦਾ ਆਇਆ, ਪਰ ਜਿਹੜੀ ਪੀੜ ਸਾਨੂੰ ਆਪਣਿਆਂ ਨੇ ਦਿੱਤੀ, ਦੇਸ਼ ਤਾਂ ਆਜ਼ਾਦ ਹੋ ਚੁੱਕਾ ਸੀ, ਇਹ 'ਚ ਕੋਈ ਦੋ ਰਾਏ ਨਹੀਂ ਕਿ ਅੰਗਰੇਜ਼ੀ ਹਕੂਮਤ, ਅੰਗਰੇਜ਼ੀ ਸਾਮਰਾਜ ਜਿਹੜਾ ਇੰਗਲੈਂਡ ਦੀ ਸਲਤਨਤ ਹੈ, ਉਹਦੇ ਦਿਮਾਗ ਵਿੱਚ ਇਹ ਗੱਲ ਸੀ ਕਿ ਆਜ਼ਾਦੀ ਵੇਲੇ ਮੈਨੂੰ 2 ਕੌਮਾਂ ਨੇ ਸਭ ਤੋਂ ਵੱਡਾ ਚੈਲੰਜ ਦਿੱਤਾ, ਇੱਕ ਪੰਜਾਬੀਆਂ ਨੇ, ਇੱਕ ਬੰਗਾਲੀਆਂ ਨੇ। ਉਹਨਾਂ ਨੇ ਵਿੱਧ ਕੇ ਜਾਣ ਬੁੱਝ ਕੇ ਪੰਜਾਬ ਦੀ ਵੰਡ ਕੀਤੀ ਤੇ ਬੰਗਾਲ ਦੀ ਵੰਡ ਕੀਤੀ। ਹੁਣ ਜਦੋਂ ਪੰਜਾਬ ਦੀ ਵੰਡ ਹੋਈ ਹੈ, ਜਿਵੇਂ ਅੱਜ ਫਿਰਕੂ ਨਫ਼ਰਤ ਗੋਦੀ ਮੀਡੀਆ ਰਾਹੀਂ ਫੈਲਾਈ ਜਾਂਦੀ ਹੈ, ਨਫ਼ਰਤ ਦਾ ਪ੍ਰਚਾਰ ਕੀਤਾ ਜਾਂਦਾ, ਨਫ਼ਰਤ 'ਤੇ ਫਿਲਮਾਂ ਬਣਦੀਆਂ ਨੇ ਔਰ ਲੋਕ ਉਸ ਨਫ਼ਰਤ ਨੂੰ ਇੰਜੋਏ ਕਰਦੇ ਨੇ, ਉਹ ਨਫ਼ਰਤ ਇੰਟਰਟੇਨਮੈਂਟ ਬਣ ਜਾਂਦੀ ਹੈ। ਜਦੋਂ ਉਹ ਨਫ਼ਰਤ ਉਸ ਵੇਲੇ ਵੀ ਫੈਲਾਈ ਗਈ ਸੀ, ਦੇਸ਼ ਵੰਡਿਆ ਗਿਆ ਸੀ, ਪੰਜਾਬ ਦੇ ਟੋਟੇ ਹੋਏ ਸੀ, ਕਿ ਕਤਲੋ ਗਾਰਤ ਜਾਇਜ਼ ਸੀ, ਪਰ ਜਿਸ ਢੰਗ ਦੇ ਨਾਲ ਉਸ ਵੇਲੇ ਇੱਕ ਫਿਰਕੂ ਨਫ਼ਰਤ ਫੈਲਾਈ ਗਈ ਧਰਮ ਦੇ ਨਾਂ 'ਤੇ, ਧਰਮ ਨਹੀਂ ਸੀ ਕਿਉਂਕਿ ਧਰਮ ਕਿਸੇ ਦੇ ਨਾਲ ਇੱਦਾਂ ਵੈਸ਼ੀ ਹਰਕਤ ਵੈਰ ਨਹੀਂ ਕਰਦਾ, ਖਾਸ ਕਰਕੇ ਉਹ ਧਰਤੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਹੈ, ਉਸ ਧਰਤੀ ਦੇ ਉੱਤੇ 10 ਲੱਖ ਲਾਸ਼ਾਂ ਦਾ ਵਿਛ ਜਾਣਾ ਦੁਨੀਆ ਭਰ ਦੇ ਇਤਿਹਾਸ ਦੀ ਇੱਕ ਵੱਡੀ ਤਰਾਸਦੀ ਹੈ। ਮੈਨੂੰ ਦੁੱਖ ਨਾਲ ਇਹ ਕਹਿਣਾ ਪੈਂਦਾ ਕਿ ਦੋਵੇਂ ਦੇਸ਼ ਦੀਆਂ ਪਾਰਲੀਮੈਂਟ ਸਰਕਾਰਾਂ ਇਹਨੂੰ ਭੁੱਲ ਚੁੱਕੀਆਂ ਸੀ। ਜਸ਼ਨ ਮਨਾਏ ਜਾ ਰਹੇ ਪਰ ਜ਼ਖਮਾਂ ਦੀ ਬਾਤ ਨਹੀਂ ਕੀਤੀ ਜਾ ਰਹੀ। ਸੋ ਸਾਡੀ ਸਾਰੀ ਟੀਮ ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਰਜ਼ ਕੀਤੀ ਕਿ ਜਦੋਂ ਇਹ ਆਵਾਜ਼ ਤੁਸੀਂ, ਮੈਂ ਤਾਂ ਕਿਤੇ ਵੀ ਅਰਦਾਸ ਕਰਦੇ ਆ, ਸਿੱਖ ਤਾਂ ਰੋਜ਼ ਅਰਦਾਸ ਕਰ ਰਿਹਾ, ਪਰ ਸਰਕਾਰ ਦੇ ਕੰਨਾਂ ਤੱਕ ਨਹੀਂ ਜਾਂਦਾ, ਦੁਨੀਆ ਪੱਧਰ ਦੀਆਂ ਅਦਾਲਤਾਂ ਤੱਕ ਜਾਂ ਦੁਨੀਆ ਦੇ ਜਿਹੜੇ ਦੁਨੀਆ ਭਰ ਦੇ ਵਿੱਚ ਗਲੋਬਲੀ ਬੈਠੇ ਹੋਏ ਹਿਊਮਨ ਰਾਈਟਸ ਦੀ ਸੋਚ ਵਾਲੇ ਲੋਕ ਨੇ, ਉਹਨਾਂ ਤੱਕ ਗੱਲ ਨਹੀਂ ਜਾ ਰਹੀ। ਇਹਨੂੰ ਗਲੋਬਲੀ ਗੱਲ ਉਦੋਂ ਜਾਏਗੀ ਜਦੋਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਜਾਏਗੀ, ਅਤੇ ਉਹਨਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਵੱਡਾ ਹੁੰਗਾਰਾ ਦਿੱਤਾ ਅਤੇ ਇਹ ਆਵਾਜ਼ ਏਡੀ ਵੱਡੀ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਹਨਾਂ ਰੂਹਾਂ ਨੂੰ ਜਿਹੜੀਆਂ 75 ਸਾਲ ਤੋਂ, ਮੈਂ ਕਹਿੰਦਾ 10 ਲੱਖ ਲੋਕਾਂ ਦਾ ਤਾਂ ਸ਼ਾਇਦ ਅੰਤਮ ਸੰਸਕਾਰ ਵੀ ਨਹੀਂ ਵੀਰ ਜੀ ਹੋਇਆ ਹੋਣਾ, ਜਿਹੜੀਆਂ ਸਾਡੀਆਂ ਮਾਵਾਂ ਬੀਬੀਆਂ ਆਪਣੀ ਪੱਤ ਬਚਾਉਣ ਖਾਤਰ ਖੂਹਾਂ 'ਚ ਛਾਲਾਂ ਮਾਰ ਗਈਆਂ, ਕਿਹਨੇ ਉਹਨਾਂ ਦੀਆਂ ਅੰਤਮ ਰਸਮਾਂ ਕੀਤੀਆਂ ਹੋਣਗੀਆਂ, ਕਿਹਨੇ ਉਹਨਾਂ ਦਾ ਭੋਗ ਪਵਾਇਆ ਹੋਏਗਾ, ਕਿਹਨੇ ਉਹਨਾਂ ਦੀਆਂ ਕਿਸੇ ਵੀ ਧਰਮ ਮੁਤਾਬਕ ਜਿਹੜੀਆਂ ਅੰਤਮ ਰਸਮਾਂ, ਅੰਤਮ ਅਰਦਾਸਾਂ ਨਹੀਂ ਕੀਤੀਆਂ ਹੋਣਗੀਆਂ। 75 ਸਾਲਾਂ ਬਾਅਦ ਅਕਾਲ ਤਖਤ ਸਾਹਿਬ 'ਤੇ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਅਤੇ ਉਹਨਾਂ ਸਾਰੀਆਂ ਰੂਹਾਂ ਦੇ ਲਈ ਅੰਤਮ ਅਰਦਾਸ ਹੋਈ। ਉਹਨਾਂ ਨੂੰ ਯਾਦ ਹੀ ਨਹੀਂ ਕੀਤਾ ਗਿਆ, ਬਲਕਿ ਪੂਰੇ ਹੀ ਸੰਸਾਰ ਦੇ ਵਿੱਚ ਇੱਕ ਸੁਣਿਆ ਗਿਆ, ਚਰਚਾ ਚੱਲੀ, 4 ਅਖਬਾਰਾਂ ਨੇ ਸੰਪਾਦਕੀ ਲਾਈ, ਦੁਨੀਆ ਭਰ ਦੀਆਂ ਜਿਹੜੀਆਂ ਵੀ ਅੰਤਰਰਾਸ਼ਟਰੀ ਅਖਬਾਰਾਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਛਿੜਿਆ ਕਿ ਸਿੱਖ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ 10 ਲੱਖ ਮਰੇ ਹੋਏ ਲੋਕਾਂ ਦੀ ਬਾਤ ਹੀ ਨਹੀਂ ਪਾ ਰਹੇ, ਜਿਹੜੀ ਪੰਜਾਬ ਦੀ ਹਿੱਕ ਦੇ ਵਿਚਕਾਰ ਲੀਕ ਵੱਜੀ ਆ, ਪੰਜਾਬ ਨੂੰ ਉਜਾੜਿਆ ਗਿਆ, ਪੰਜਾਬ ਦੇ ਟੋਟੇ ਹੋਏ ਨੇ, ਉਹਨਾਂ ਦੀ ਬਾਤ ਵੀ ਪਾ ਰਹੇ। ਅਤੇ ਪੂਰੀ ਦੁਨੀਆ ਦੀਆਂ ਸਰਕਾਰਾਂ ਨੂੰ, ਖਾਸ ਕਰਕੇ ਪਾਕਿਸਤਾਨ ਅਤੇ ਭਾਰਤ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਘੱਟ ਤੋਂ ਘੱਟ 75 ਸਾਲਾਂ ਬਾਅਦ ਜਸ਼ਨ ਮਨਾਓ, ਤੁਹਾਨੂੰ ਮੁਬਾਰਕ ਹੈ, ਆਜ਼ਾਦੀ ਆਈ ਹੈ, ਮੁਬਾਰਕ ਹੈ, ਆਜ਼ਾਦੀ ਦਾ ਨਿੱਘ ਮਾਣੋ, ਪਰ ਨਾਲ ਦੀ ਨਾਲ ਉਹ 10 ਲੱਖ ਮਰੇ ਹੋਏ ਪੰਜਾਬੀਆਂ ਦੇ ਲਈ ਇੱਕ ਕਿਤੇ ਸੋਗ ਮਤਾ ਹੀ ਆਪਣੀ ਆਪਣੀ ਪਾਰਲੀਮੈਂਟ 'ਚ ਪਾ ਦਿਓ। ਇਹ ਤਾਂ ਬਹੁਤ ਛੋਟੀ ਜੀ ਚੀਜ਼ ਹੈ। ਜਿਹੜੇ ਲੋਕ 1947 ਤੋਂ ਪਹਿਲਾਂ ਜੰਮੇ ਨੇ, ਕੀ ਉਹਨਾਂ ਨੂੰ ਫ੍ਰੀ ਵੀਜ਼ਾ ਦੀ ਸਹੂਲਤ ਨਹੀਂ ਦਿੱਤੀ ਜਾ ਸਕਦੀ? ਕਿੰਨਾ ਚਿਰ ਤੱਕ ਇਸ ਰੈੱਡ ਕਲਿਫ ਲਾਈਨ ਦੇ ਉੱਤੇ ਜਿਹੜਾ ਤਣਾਅ ਆ, ਜਿਹਨੂੰ ਆਪਾਂ ਇੱਕ ਫਿਰਕੂ ਰੰਗਤ ਦੇ ਕੇ ਬੜਾ ਬੁਰੀ ਤਰ੍ਹਾਂ ਮਾਹੌਲ ਬਣਾਇਆ ਜਾਂਦਾ। ਤੁਸੀਂ ਸ਼ਾਮ ਨੂੰ ਜਦੋਂ ਵੀ ਕੋਈ ਗੋਦੀ ਮੀਡੀਆ ਚੈਨਲ ਲਾ ਕੇ ਦੇਖ ਲਓ, ਤੁਹਾਨੂੰ ਐਂ ਲੱਗੂਗਾ ਸਵੇਰੇ ਜੰਗ ਲੱਗੀ ਲਓ। ਉਹ ਜਿਹੜਾ ਮਾਹੌਲ ਤਿਆਰ ਕੀਤਾ ਜਾਂਦਾ ਬਾਰ-ਬਾਰ ਫਿਲਮਾਂ ਦੇ ਰਾਹੀਂ, ਇੱਕ ਮਾਹੌਲ ਤਿਆਰ ਕੀਤਾ ਜਾਂਦਾ, ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ। ਤੁਸੀਂ ਕਿਹੜੀ ਗੱਲੋਂ ਪਾਕਿਸਤਾਨ ਮੁਰਦਾਬਾਦ, ਸਾਡਾ ਮੱਕਾ ਹੈ, ਉੱਥੇ ਧੰਨ ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ, ਜਨਮ ਭੂਮੀ, ਉੱਥੇ ਸਾਡੇ ਗੁਰਧਾਮ ਨੇ, ਜਿਸ ਧਰਤੀ 'ਤੇ ਅਸੀਂ ਰਾਜ ਕੀਤਾ, ਸਾਡਾ ਲਾਹੌਰ ਹੈ ਉੱਥੇ। ਇਸ ਕਰਕੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਅਸੀਂ ਤਾਂ ਸਾਰਿਆਂ ਦਾ ਭਲਾ ਮੰਗਦੇ ਹਾਂ। ਸਾਡੇ ਨਾਲ ਭਾਵੇਂ ਇਸ ਧਰਤੀ ਦੇ ਉੱਤੇ ਕਿੰਨਾ ਧੱਕਾ ਹੋਇਆ, ਇਸ ਲੀਕ ਦੇ ਆਰ ਪਾਰ, ਭਾਵੇਂ ਉਹ ਪੂਰਬੀ ਪੰਜਾਬ 'ਚ, ਭਾਵੇਂ ਇੱਧਰਲੇ ਪੰਜਾਬ ਦੇ ਵਿੱਚ ਸੀਗਾ, ਪੱਛਮੀ ਪੰਜਾਬ ਦੇ ਵਿੱਚ ਵਾਪਰਿਆ, ਉਹ 10 ਲੱਖ ਪੰਜਾਬੀ ਵੀ ਤਾਂ ਕਿਸੇ ਮਾਂ ਦੇ ਜਾਏ ਸੀ, ਉਸ ਪੰਜਾਬ ਦੀ ਧਰਤੀ ਦੇ ਜਾਏ ਸੀ। ਅਜੇ ਵੀ ਜੇ ਵਾਘੇ ਦੀ ਧਰਤੀ ਤੇ ਸ਼ਾਮ ਦੀ ਰਸਮ ਵੇਖਣ ਚੱਲ ਜਾਓਗੇ ਨਾ, ਤੇ ਆਮੋ ਸਾਹਮਣੇ ਇਦਾਂ ਲੱਗਦਾ ਕਿ ਜਿਵੇਂ ਹੁਣੇ ਜੰਗ ਲੱਗੀ ਲਓ, ਕਿਉਂਕਿ ਇੱਧਰਲੇ ਪਾਸੇ ਸਾਡੇ ਭਾਰਤ ਦੇ ਜਵਾਨ ਤੇ ਉਧਰੋਂ ਪਾਕਿਸਤਾਨ ਦੇ ਜਵਾਨ ਇੱਕ ਦੂਜੇ ਨੂੰ ਅੱਖਾਂ ਵਿਖਾਲ ਕੇ ਅਜੇ ਵੀ ਉੱਥੇ ਉਸ਼ਨ ਰਸਮਾਂ ਕੀਤੀਆਂ ਜਾਂਦੀਆਂ। ਤੇ ਇੱਕ ਦਿਨ ਕੋਈ ਲੇਖਕ ਆਈ ਸੀ ਬਾਹਰਲੇ ਵਿਦੇਸ਼ਾਂ ਤੋਂ,
ਤੋ ਲੇਖਕਾਂ ਨੇ ਆਪਣੇ ਜਾ ਕੇ ਉੱਥੇ ਕਲਮ ਜਿਹੜੀ ਚਲਾਈ ਸੀ ਤਾਂ ਲਿਖਿਆ ਪਤਾ ਕੀ ਸੀ ਉਹਨੇ ਕਿਹਾ, ਉਹ ਕਿ ਮੈਂ ਗਲਤੀ ਕਰ ਲਈ ਸੀ ਕਿ ਮੈਂ ਉੱਥੇ ਜਾ ਕੇ ਉਹ ਰਸਮ ਵੇਖੀ ਸੀ। ਤੇ ਸ਼ਾਇਦ ਉਹ ਰੋਜ਼ਾਨਾ ਇਹ ਮਾਹੌਲ ਬਣਾਇਆ ਜਾਂਦਾ ਕਿ ਅੱਜ ਜੰਗ ਲੱਗ ਜੀ ਜਾਂ ਸਵੇਰੇ ਜੰਗ ਲੱਗੂਗੀ, ਇਹ ਮਾਹੌਲ ਉਹਨੇ ਸਿਰਜਿਆ ਆਪਣੀ ਕਲਮ ਦੇ ਨਾਲ। ਅੱਜ ਸਿੰਘ ਸਾਹਿਬ ਨੇ ਬਹੁਤ ਵਧੀਆ ਬਾਗੀ ਦੀ ਲਕੀਰ ਤੇ ਖਲੋ ਕੇ ਗੱਲ ਕਹੀ ਕਿ ਨਫ਼ਰਤਾਂ ਦਾ ਜਿਹੜਾ ਇਹ ਪ੍ਰੋਪੇਗੈਂਡਾ ਹੁੰਦਾ ਇਹਦਾ ਸਵਾਦ ਬਹੁਤ ਆਉਂਦਾ, ਇਹ ਇੰਟਰਟੇਨਮੈਂਟ ਬਹੁਤ ਆ। ਕਿੰਨੇ 100 ਕਰੋੜ ਰੁਪਈਆ ਨਹੀਂ 1000 ਕਰੋੜ ਰੁਪਈਆ ਫਿਲਮ ਨੇ ਖੱਟ ਜਾਣਾ। ਇਹ ਨਫ਼ਰਤਾਂ ਦਾ ਤੰਦੂਰ ਤਪਾ ਕੇ ਕੋਈ ਨੋਟ ਖੱਟ ਸਕਦਾ, ਕੋਈ ਵੋਟ ਖੱਟ ਸਕਦਾ, ਪਰ ਇਨਸਾਨੀਅਤ ਕਿੱਥੇ ਗਈ? ਕਿ ਬਹੁ ਗਿਣਤੀ ਡੈਮੋਕ੍ਰੇਸੀ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਲੋਕਤੰਤਰ ਹੈ ਕਿ ਇਹਦੇ ਵਿੱਚ ਇਨਸਾਨੀਅਤ ਦੀ ਕੋਈ ਥਾਂ ਨਹੀਂ ਹੈਗੀ? ਕਿ ਇਹ ਧਰਮਾਂ ਦੇ ਉੱਤੇ ਆਧਾਰਿਤ ਮੁਲਕ ਨੇ? ਕਿਹੜਾ ਮੁਲਕ ਹੈ ਜਿਹੜਾ ਧਰਮ ਤੇ ਆਧਾਰਿਤ ਨਹੀਂ ਹੈ? ਤੇ ਜਦੋਂ ਧਰਮਾਂ ਦੇ ਉੱਤੇ ਮੁਲਕ ਆਧਾਰਿਤ ਨੇ ਤੇ ਕੀ ਜਿਹੜਾ ਧਰਮ ਹੈ, ਜਿਹੜਾ ਬਾਬੇ ਨਾਨਕ ਦੀ ਸੋਚ ਦਾ ਧਰਮ ਸੀ ਜਿਸ 'ਚ ਇਨਸਾਨੀਅਤ ਸਰਵੋਪਰੇ ਹੈ, ਉਹ ਇਨਸਾਨੀਅਤ ਕਿੱਧਰ ਗਈ? ਤੁਸੀਂ ਨਫ਼ਰਤ ਦਾ ਬਾਜ਼ਾਰ ਗਰਮ ਕਰੋ, ਤੰਦੂਰ ਤਪਾਓ, ਰੋਟੀਆਂ ਲਾਓ, ਉਹਦੇ ਵਿੱਚੋਂ ਵੋਟਾਂ ਬਟੋਰੋ, ਨੋਟ ਬਟੋਰੋ, ਬਿਲਕੁਲ ਠੀਕ ਹੈ। ਪਰ ਅਸੀਂ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਝੋਲੀ ਅੱਡ ਕੇ ਸੱਚੇ ਸਤਿਗੁਰ ਅੱਗੇ ਅਰਦਾਸ ਕੀਤੀ, ਧੰਨ ਗੁਰੂ ਨਾਨਕ ਸਾਹਿਬ ਦੀ ਉਸ ਕਰਮ ਭੂਮੀ ਨੂੰ ਸਿਜਦਾ ਕਰਦਿਆਂ ਹੋਇਆਂ ਇਹ ਗੱਲ ਆਖੀ ਕਿ ਭਾਵੇਂ ਕੌਮ ਸਰਬੱਤ ਦਾ ਭਲਾ ਮੰਗਦੀ ਹੈ, ਅੱਜ ਕੌਮ ਦੇ ਜਥੇਦਾਰ ਨੇ ਉਸ ਜਗ੍ਹਾ ਦੇ ਉੱਤੇ ਖਲੋ ਕੇ ਗੱਲ ਕਹੀ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਕਿ ਇਹ ਜਿਹੜੀ ਲੀਕ ਮਿਟੇਗੀ। ਕਿਉਂਕਿ ਅਖੀਰ ਭਾਵੇਂ ਵਪਾਰ ਕਰਕੇ ਮਿਟੇ, ਇਹ ਸਭ ਕੁਝ ਮਿਟਣਾ ਇਹ ਸਦੀਵੀ ਨਹੀਂ ਹੈਗਾ। ਜਿਹੜਾ ਦੇਸ਼ ਪੰਜਾਬ ਦੇ ਟੋਟੇ ਕਰਕੇ ਬਣਿਆ, ਇਹ ਸਦੀਵੀ ਨਹੀਂ ਰਹਿਣੀਆਂ ਕਹਾਣੀਆਂ, ਇਹ ਲੀਕਾਂ ਟੁੱਟਣੀਆਂ, ਇਹ ਲਾਂਘੇ ਖੁੱਲ੍ਹਣੇ। ਇਸ ਤੋਂ ਪਹਿਲਾਂ ਕਿ ਤੁਹਾਨੂੰ ਅਬਾਨੀ ਡਾਨੀ ਡੰਡਾ ਚੜ੍ਹਾ ਕੇ ਤੁਹਾਡੇ ਗਲ 'ਚ ਗੂਠਾ ਦੇ ਕੇ ਇਹ ਲਾਂਘੇ ਖਿਲਾਉਣ, ਕਿਉਂਕਿ ਉਹਨਾਂ ਨੇ ਆਪਣਾ ਵਪਾਰ ਯੂਰਪ ਤੱਕ ਕਰਨਾ। ਇਸ ਤੋਂ ਪਹਿਲਾਂ ਅਸੀਂ ਬਾਬੇ ਨਾਨਕ ਦੀ ਗੱਲ ਸੁਣ ਕੇ ਇਨਸਾਨੀਅਤ ਆਧਾਰਿਤ ਫਿਰਕੂ ਨਫ਼ਰਤਾਂ ਨੂੰ ਤਿਆਗ ਕੇ ਇੱਕ ਦੂਜੇ ਨੂੰ ਗਲਵਕੜੀਆਂ ਕਿਉਂ ਨਾ ਪਾ ਲਈਏ, ਇੱਕ ਦੂਜੇ ਨਾਲ ਸਾਂਝਾ ਕਿਉਂ ਨਾ ਪਾ ਲਈਏ, ਇੱਕ ਦੂਜੇ ਦੇ ਨਾਲ ਬਾਬੇ ਨਾਨਕ ਦਾ ਸੁਨੇਹਾ ਸਾਂਝਾ ਕਿਉਂ ਨਾ ਕਰ। ਸਾਂਝਾ ਵਧਾਉਣ ਦੇ ਵਿੱਚ ਜੇ ਆਪਾਂ ਕੌਮ ਦੀ ਗੱਲ ਕਰਦੇ ਹਾਂ ਤੇ ਸਿੱਖ ਕੌਮ ਇਸੇ ਲਗਾਤਾਰ ਅਰਦਾਸ ਬੇਨਤੀਆਂ ਕਰਦੀ ਰਹੀ ਆ। 18 ਸਾਲ ਹੁਣੇ ਆਪਾਂ ਜ਼ਿਕਰ ਕਰ ਰਹੇ ਸੀ ਕਿ 18 ਸਾਲ ਤਕਰੀਬਨ ਭਾਈ ਕੁਲਦੀਪ ਸਿੰਘ ਵਡਾਲਾ ਜੀ ਇੱਥੇ ਪਹੁੰਚਦੇ ਸੀ, ਹਰ ਮਹੀਨੇ ਅਰਦਾਸ ਕੀਤੀ ਜਾਂਦੀ ਸੀ। ਗੁਰਪ੍ਰਤਾਪ ਵਡਾਲਾ ਜੀ ਸਾਡੇ ਨਾਲ ਆ, ਪਹਿਲਾਂ ਫਤਿਹ ਸਾਂਝ ਕਰਦੇ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਬੂਰ ਪਿਆ ਜੀ, ਲਾਂਘਾ ਖੁੱਲ੍ਹਾ ਪਰ ਕੁਝ ਸ਼ਰਤਾਂ ਤੇ। ਅਜੇ ਵੀ ਸੰਗਤ ਦੀ ਮੰਗ ਆ ਕਿ ਲਾਂਘਾ ਕਿਤੇ ਆਧਾਰ ਕਾਰਡ ਰਾਹੀਂ ਕਿਤੇ ਸੰਗਤ ਦੇ ਦਰਸ਼ਨ ਮੇਲੇ ਹੋ ਜਾਂਦੇ ਅਗਲੇ ਪਾਸੇ ਗੁਰਦੁਆਰਾ ਸਾਹਿਬ ਦੇ, ਤੇ ਹੋ ਸਕਦਾ ਇੱਥੇ ਲੰਬੀਆਂ ਕਤਾਰਾਂ ਲੱਗੀਆਂ। ਬਿਲਕੁਲ ਸਹੀ ਗੱਲ ਹੈ ਜੀ। ਜਦੋਂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਅਰਦਾਸ ਹੋਈ ਤੇ ਇਹੀ ਅਰਦਾਸ ਕੀਤੀ ਜਾਂਦੀ ਸੀ ਸੰਗਤਾਂ ਵੱਲੋਂ ਕਿ ਬਿਨਾਂ ਸ਼ਰਤ, ਬਿਨਾਂ ਪਾਬੰਦੀ, ਬਿਨਾਂ ਰੋਕ ਟੋਕ ਤੋਂ ਇਹ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਚਾਹੀਦਾ। ਤੇ ਇਹਦੇ ਪਿੱਛੇ ਜੇ ਕੋਈ ਪ੍ਰਕਿਰਿਆ ਭਾਰਤ ਸਰਕਾਰ ਨੇ ਜਾਂ ਪਾਕਿਸਤਾਨ ਸਰਕਾਰ ਨੇ ਬਣਾਉਣੀ ਸੀ ਤੇ ਬੜੀ ਸਰਲ ਚਾਹੀਦੀ ਸੀ, ਸੌਖੀ ਚਾਹੀਦੀ ਸੀਗੀ। ਪਾਸਪੋਰਟ ਦਾ ਤਾਂ ਹੁੰਦਾ ਜੇ ਆਪਾਂ ਵੀਜ਼ਾ ਲੈਣਾ ਜਾਂ ਆਪਾਂ ਦੂਸਰੇ ਮੁਲਕ 'ਚ ਜਾ ਕੇ ਰਹਿਣਾ, ਜੇ ਆਪਾਂ ਰਹਿਣਾ ਨਿਗਾ, ਅਸੀਂ ਤਾਂ ਰਹਿਣ ਦੀ ਵੀ ਮੰਗ ਕਰਦੇ। ਹੁਣ ਅੱਜ ਕਿਹਾ ਕਿ ਜਿਹੜਾ ਜਥਾ ਇੱਕ ਜਾਂਦਾ ਸਵੇਰ ਨੂੰ, ਉਹਨੂੰ ਇੱਕ ਰਾਤ ਦਾ ਠਹਿਰਾਅ ਉੱਥੇ ਮਿਲਣਾ ਚਾਹੀਦਾ ਆ। ਉੱਥੇ ਰਾਤ ਨੂੰ ਦੀਵਾਨ ਸਜਣੇ ਚਾਹੀਦੇ ਆ। ਆਪਾਂ ਜਾਂਦੇ ਹਾਂ 2-4 ਘੰਟਿਆਂ ਬਾਅਦ ਵਾਪਸ ਆਉਣਾ ਪੈਂਦਾ ਆ। ਕਈ ਵਾਰੀ ਸੰਗਤਾਂ ਦੀ ਸ਼ਰਧਾ ਜਿੰਨੀ ਉਹ ਚਾਹੁੰਦੇ ਹੁੰਦੇ ਆ ਉਹਦੇ ਮੁਤਾਬਕ ਉਹਨਾਂ ਤੋਂ ਉੱਥੇ ਜਾ ਕੇ ਸੇਵਾ ਨਹੀਂ ਹੁੰਦੀ, ਉਹਨਾਂ ਦੀ ਸ਼ਰਧਾ ਪੂਰੀ ਨਹੀਂ ਹੁੰਦੀ। ਸੋ ਇਸ ਕਰਕੇ ਇਹ ਸ਼ਰਤਾਂ ਤਾਂ ਸਾਰੀਆਂ ਮਿਟਣੀਆਂ ਚਾਹੀਦੀਆਂ। ਚਾਹੇ ਕੋਈ ਆਈਡੀ ਹੋਵੇ, ਕਿਸੇ ਤਰੀਕੇ ਨਾਲ ਵੈਰੀਫਿਕੇਸ਼ਨ ਸਰਕਾਰਾਂ ਲਈ ਬਹੁਤ ਸੌਖਾ ਕਰਨਾ, ਤੇ ਉਹ ਵੈਰੀਫਿਕੇਸ਼ਨ ਕਰਕੇ ਤੇ ਇਹ ਪਾਸਪੋਰਟ ਕਰਕੇ ਸਾਰਿਆਂ ਕੋਲ ਨਹੀਂ ਹੈਗਾ। ਜੇ ਪਾਸਪੋਰਟ ਲਾਜ਼ਮੀ ਹੋਵੇ ਫਿਰ ਤਾਂ ਪਾਸਪੋਰਟ ਨਾਲ ਚੱਲ ਜਾਈਏ, ਆਧਾਰ ਕਾਰਡ ਲਾਜ਼ਮੀ ਹੈ ਸਾਰਿਆਂ ਕੋਲ। ਸੋ ਇਦਾਂ ਦਾ ਇਹਨਾਂ ਨੂੰ ਚਾਹੀਦੀ ਹੈ ਪ੍ਰਕਿਰਿਆ ਬਣਾਉਣੀ, ਜਿਹੜਾ ਕਿ ਕੋਈ ਵੀ ਪ੍ਰਾਣੀ ਦੇਸ਼ਵਾਸੀ ਜਿਹੜਾ ਜਾਣਾ ਚਾਹੇ ਉੱਥੇ ਜਾ ਸਕਦਾ ਆ। 18 ਸਾਲ ਤਕਰੀਬਨ ਅਰਦਾਸ ਬੇਨਤੀ ਕੀਤੀ ਭਾਈ ਵਡਾਲਾ ਸਾਹਿਬ ਨੇ, ਚਲੋ ਕਿਤੇ ਬੂਰ ਤੇ ਪਿਆ, ਗੁਰੂ ਸਾਹਿਬ ਨੇ ਸੁਣੀ। ਉਧਰਲੇ ਪਾਸੇ ਭਾਰਤ ਸਰਕਾਰ ਦੀ ਗੱਲ ਕਰਦੇ ਹਾਂ, ਪਾਕਿਸਤਾਨ ਸਰਕਾਰ ਦੀ ਗੱਲ ਕਰਦੇ ਹਾਂ। ਲਾਂਘਾ ਖੁੱਲ੍ਹਣ ਦੀ ਗੱਲ ਹੋਈ ਤੇ ਲਾਂਘਾ ਖੁੱਲ੍ਹਿਆ, ਬੜੇ ਜਸ਼ਨ ਮਨਾਏ ਗਏ। ਵਿੱਚ ਕਰੋਨਾ ਆ ਜਾਂਦਾ, ਥੋੜ੍ਹਾ ਜਿਹਾ ਬੰਦ ਵੀ ਰਹਿੰਦਾ, ਹੁਣ ਪਾਣੀ ਆਇਆ, ਥੋੜ੍ਹੇ ਦਿਨ ਬੰਦ ਹੋਇਆ। ਪਰ ਤੁਹਾਨੂੰ ਲੱਗਦਾ ਨਹੀਂ ਕਿ ਜੇ ਸ਼ਰਤਾਂ ਨਾ ਰੱਖੀਆਂ ਹੋਣ ਤੇ ਜਿਵੇਂ ਅੱਜ ਸੰਗਤ ਅੱਜ ਅਰਦਾਸ ਬੇਨਤੀ ਕੀਤੀ ਸੀ ਤੇ ਅੱਜ ਇੱਥੇ ਜਾਹੋ ਜਲਾਲ ਸੰਗਤ ਆ, ਤੇ ਜੇ ਇੱਥੇ ਕਿਤੇ ਖੁੱਲ੍ਹੇ ਦਰਸ਼ਨਦਾਰੇ ਹੁੰਦੇ ਤੇ ਸੰਗਤ ਇਸੇ ਤਰ੍ਹਾਂ ਰੋਜ਼ਾਨਾ ਆਉਂਦੀ? ਅਗਰ ਇਹ ਜਿਹੜੀਆਂ ਸ਼ਰਤਾਂ ਹਟਾਈਆਂ ਜਾਣ ਤੇ ਬਹੁਤ ਸਾਰੀਆਂ ਹਜ਼ਾਰਾਂ ਹੀ ਸੰਗਤਾਂ ਤੁਸੀਂ ਬੰਨ੍ਹ ਤੇ ਖੜੇ ਹੋ ਕੇ ਜਿਹੜੀ ਦਰਸ਼ਨੀ ਸਥਲ ਆ ਉੱਥੇ ਖੜੇ ਹੋ ਕੇ ਦਰਸ਼ਨ ਕਰਕੇ ਮੱਥਾ ਟੇਕ ਕੇ ਅਰਦਾਸ ਕਰਕੇ ਵਾਪਸ ਵਿਚਾਰੇ ਆਪਣੇ ਘਰਾਂ ਨੂੰ ਚਲ ਜਾਂਦੇ ਆ। ਇਸ ਕਰਕੇ ਉਹਨਾਂ ਤੋਂ ਜਾ ਨਹੀਂ ਹੁੰਦਾ, ਬਿਕੋਜ਼ ਉਹਨਾਂ ਕੋਲ ਪਾਸਪੋਰਟ ਹੈ ਨਹੀਂ ਲੰਘ ਹੁੰਦਾ ਉਹਨਾਂ ਤੋਂ ਪਰਲੇ ਪਾਸੇ ਨੂੰ। ਸੋ ਇਹ ਜਿਹੜੀਆਂ ਆਪਣੀਆਂ ਦੋਵਾਂ ਸਰਕਾਰਾਂ ਦੇ ਦਰਮਿਆਨ ਗੱਲਾਂ ਬਾਤਾਂ ਪਹਿਲਾਂ ਵੀ ਹੋਈਆਂ, ਹੁਣ ਵੀ ਕਰਨੀਆਂ ਚਾਹੀਦੀਆਂ ਆ। ਦੇਖੋ, ਨਾ ਤਾਂ ਉਹ ਪੰਜਾਬ ਵਾਲੇ ਆਪਣਾ ਨਾ ਜੰਗ ਮੰਗਦੇ ਆ ਜਾਂ ਆਪਣੇ ਵੈਰੀ ਆ, ਨਾ ਆਪਣਾ ਪੰਜਾਬ। ਅੱਜ ਤੱਕ ਕਹਿੰਦੇ ਆ ਵੀ ਮੈਜੋਰਿਟੀ ਆਪਣੇ ਭਾਰਤ ਵਰਸ਼ ਦੇ ਲੋਕ ਵੀ ਤੇ ਮੈਜੋਰਿਟੀ ਪਾਕਿਸਤਾਨੀ ਵੀ ਉਹ ਚਾਹੁੰਦੇ ਦੋਸਤਾਨਾ ਮਾਹੌਲ ਚਾਹੀਦਾ ਆ।
ਜਿਵੇਂ ਯੂਰਪ ਸਾਰਾ ਇਕੱਠਾ ਹੋ ਗਿਆ, ਸਾਡੇ ਮਨ ਦੇ ਬਲਬਲੇ ਤੇ ਇਹ ਆ ਕਿ ਜੇ ਅਰਦਾਸ ਕਰਦੇ ਹਾਂ ਆਪਾਂ ਰੋਜ਼ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਸਾਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਕਰਨ ਦਾ ਮੌਕਾ ਮਿਲੇ। ਗੁਰੂ ਸਾਹਿਬ ਬਲ ਬਖਸ਼ਣ। ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਜਾਂ ਜਿਹੜੇ ਵੀ ਗੁਰਧਾਮ ਵਿਛੜ ਗਏ ਨੇ ਉਸ ਸਮੇਂ ਤੇ ਇਹ ਸਾਰਾ ਜਿਹੜੀਆਂ ਪਾਬੰਦੀ ਹਟਣੀਆਂ ਚਾਹੀਦੀਆਂ ਆ ਤੇ ਆਪਣੇ ਇਧਰੋਂ ਸੰਗਤਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਚਾਹੇ ਕਰਤਾਰਪੁਰ ਸਾਹਿਬ ਜਾਣ, ਨਨਕਾਣਾ ਸਾਹਿਬ ਜਾਣ, ਪੰਜਾ ਸਾਹਿਬ ਜਾਣ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਜਾ ਕੇ ਉੱਥੇ ਹਾਜ਼ਰੀ ਲਾ ਕੇ ਆਉਣ, ਕੋਈ ਪਾਬੰਦੀ ਨਹੀਂ ਚਾਹੀਦੀ। 47 ਦੀ ਬਰਾੜ ਸਾਹਿਬ ਕਿਵੇਂ ਵੇਖਦੇ ਆ ਤੁਸੀਂ, ਜਿਹੜੇ ਕਿ ਵੰਡ ਹੋਈ ਸੀ, ਭਾਰਤ ਵੰਡਿਆ ਜਾਂਦਾ ਪਰ ਪੰਜਾਬ ਨੂੰ ਬਹੁਤ ਵੱਡਾ ਭੁਗਤਾਨ ਇਹਦਾ ਖਮਿਆਜਾ ਭੁਗਤਣਾ ਪਿਆ, ਕਿਉਂਕਿ ਪੰਜਾਬ ਦੀ ਜਦੋਂ ਵੰਡ ਹੁੰਦੀ ਹੈ ਨਾ ਤੇ ਤਕਰੀਬਨ ਹਿੱਕ ਤੋਂ ਵੰਡ ਹੁੰਦੀ ਹੈ, ਕੰਡਿਆਲੀ ਤਾਰ ਪੰਜਾਬ ਦੀ ਹਿੱਕ ਤੇ ਲੱਗੀ। ਬੜੀ ਕਾਹਲ ਕੀਤੀ ਜੀ ਅੰਗਰੇਜ਼ਾਂ ਨੇ। ਅੰਗਰੇਜ਼ ਉਸ ਸਮੇਂ ਕਮਜ਼ੋਰ ਹੋ ਗਿਆ ਸੀਗਾ। ਇਤਿਹਾਸਕਾਰ ਲਿਖਦੇ ਆ ਵਰਲਡ ਵਾਰ 2 ਤੋਂ ਬਾਅਦ 'ਚ ਤੇ ਇੱਥੇ ਬਹੁਤ ਜ਼ਿਆਦਾ ਜਿਹੜਾ ਲੋਕਾਂ ਦਾ ਦਬਾਅ ਪੈ ਗਿਆ ਸੀ, ਬਹੁਤ ਵੱਡੇ ਪੱਧਰ ਤੇ ਸੰਘਰਸ਼ ਹੋ ਰਹੇ ਸਨ। ਜੇ ਦੇਖਿਆ ਜਾਵੇ ਜਦੋਂ ਆਪਣਾ ਮੋਰਚਾ ਟੁੱਟਿਆ ਜੈਤੋਂ ਦਾ ਤੇ ਪੰਡਿਤ ਨਹਿਰੂ ਨੇ ਜਾਂ ਮਹਾਤਮਾ ਗਾਂਧੀ ਨੇ ਕਿਹਾ ਕਿ ਹਾਫ ਬੈਟਲ ਆਫ ਫਰੀडम ਵਾਸ ਵਨ ਐਟ ਜੈਤੋਂ। ਉਹਨਾਂ ਨੇ ਕਿਹਾ ਅੱਧੀ ਆਜ਼ਾਦੀ ਦੀ ਲੜਾਈ ਜੈਤੋਂ ਦੇ ਮੋਰਚੇ ਨੇ ਜਿੱਤ ਲਈ ਆ। ਤਾਂ ਦੇਖ ਲਓ ਜੇ ਜੈਤੋਂ ਦਾ ਮੋਰਚਾ ਅੱਧੀ ਆਜ਼ਾਦੀ ਦੀ ਲੜਾਈ ਜਿੱਤ ਸਕਦਾ ਸੀਗਾ ਤੇ ਫਿਰ ਭਾਈ ਤੁਸੀਂ ਜਿਹੜਾ ਪੰਜਾਬ ਨੂੰ ਕਿਉਂ ਚੀਰਿਆ, ਤੁਸੀਂ ਪੰਜਾਬ ਦੀ ਵੰਡ ਕਿਉਂ ਕੀਤੀ? ਪੰਜਾਬੀ ਤਾਂ ਚਾਹੁੰਦੇ ਨਹੀਂ ਸੀ ਜੁਦਾ ਹੋਣਾ ਤੇ ਤੁਸੀਂ ਕਸ਼ਮੀਰ ਦੀ ਵੰਡ ਕਰ ਦਿੰਦੇ। ਕਸ਼ਮੀਰ ਅੱਜ ਵੀ ਤੁਹਾਡੇ ਨਾਲ ਲੜਦਾ ਆ, ਨਾਲੇ ਮੁਸਲਿਮ ਮੈਜੋਰਟੀ ਉਹ ਖੇਤਰ ਆ ਤੇ ਤੁਸੀਂ ਉਹਨੂੰ ਤਾਂ ਰੱਖ ਲਿਆ ਨਾਲ। ਹਜੇ ਤੱਕ ਵੀ ਉੱਥੇ ਆਪਣੇ ਸ਼ਾਂਤੀ ਨਹੀਂ ਹੋਈ ਤੇ ਪੰਜਾਬ ਨੂੰ ਤੁਸੀਂ ਸੋਚੀ ਸਮਝੀ ਆਪਣੇ ਉਹਦੇ ਨਾਂ ਸਾਜ਼ਿਸ਼ ਨਾ ਵੰਡਿਆ, ਬੰਗਾਲ ਨੂੰ ਐਵੇਂ ਵੰਡਿਆ। ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀਗੇ। ਜੇ ਪੰਜਾਬ ਬਣਨਾ ਸੀ ਤੇ ਸਾਨੂੰ ਲਾਹੌਰ ਮਿਲਣਾ ਚਾਹੀਦਾ ਸੀ, ਸਾਨੂੰ ਸਾਡੇ ਗੁਰਧਾਮ ਮਿਲਣੇ ਚਾਹੀਦੇ ਸੀਗੇ, ਰਾਜਧਾਨੀ ਸੀ, ਬਿਲਕੁਲ ਮਿਲਣਾ ਚਾਹੀਦਾ ਸਾਨੂੰ। ਤੇ ਤੁਹਾਨੂੰ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ ਫਿਰ ਕਵਾਂਗੇ ਅੰਗਰੇਜ਼ ਦੀ ਬੜੀ ਵੱਡੀ ਗਲਤੀ ਆ। ਉਹਦੇ ਨਾਲ ਆਪਣੇ ਇਹਨਾਂ ਦੀ ਸਾਜ਼ਿਸ਼ ਜਾਂ ਕੌਨਸਪੀਰੇਸੀ ਆ, ਮਹਾਤਮਾ ਗਾਂਧੀ ਦੀ, ਪੰਡਿਤ ਨਹਿਰੂ ਦੀ। ਇਹ ਜਿਹੜੀ ਮਾਈਗ੍ਰੇਸ਼ਨ ਹੈ 1 ਸਾਲ ਚਾਹੀਦਾ ਸੀ ਟਾਈਮ। 1 ਸਾਲ ਲੋਕਾਂ ਨੂੰ ਦਿੰਦੇ, ਤੁਸੀਂ ਆਪਣਾ ਸਾਰਾ ਘਰ ਦਾ ਸਮਾਨ ਜੋ ਵੀ ਤੁਹਾਡੇ ਕੋਲ ਹੈਗਾ ਆ, ਆਪਣਾ ਮਾਲ ਡੰਗਰ ਤੁਸੀਂ ਇੱਧਰ ਲੈ ਆਓ। ਜੋ ਤੁਸੀਂ ਆਪਣੇ ਵਪਾਰ ਕਰਦੇ ਹੋ ਤੁਸੀਂ ਵਪਾਰ ਸਾਂਭੋ ਆਪਣਾ ਤੇ ਹੌਲੀ ਹੌਲੀ ਇੱਧਰ ਆ ਕੇ ਸੈਟਲ ਹੋ ਜਾਓ। ਇੱਧਰੋਂ ਉੱਧਰ ਜਾਂਦੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੁੰਦਾ, ਦਰਦਨਾਕ ਜਿਹੜਾ ਖੂਨ ਖਰਾਬਾ ਨਾ ਹੁੰਦਾ। ਇਹ ਜਿਹੜਾ ਖੂਨ ਖਰਾਬਾ ਹੋਇਆ ਇਹਦੇ ਪਿੱਛੇ ਲੀਡਰ ਜ਼ਿੰਮੇਵਾਰ ਨੇ ਕਾਂਗਰਸ ਪਾਰਟੀ ਦੇ ਤੇ ਅੰਗਰੇਜ਼ ਦੀ ਸ਼ਹਿ ਸੀ ਉਹਨਾਂ ਨੂੰ। ਅੰਗਰੇਜ਼ ਦੀ ਉਹਨੀ ਜ਼ਿੰਮੇਵਾਰੀ ਆ ਕਰਕੇ ਅੰਗਰੇਜ਼ ਆਪਣੇ ਪਿੱਛੇ ਹਟ ਗਿਆ, ਆਪਣੀ ਫੌਜ ਪਿੱਛੇ ਹਟਾ ਲਈ ਉਹਨੇ। ਕਿਉਂ ਨਹੀਂ ਅੰਗਰੇਜ਼ ਦੀ ਜਿਹੜੀ ਫੌਜ ਸੀਗੀ ਉਹਦੀ ਦੇਖ ਰੇਖ ਹੇਠ ਅਬ ਮਾਈਗ੍ਰੇਸ਼ਨ ਹੁੰਦੀ। ਜੇ ਅੰਗਰੇਜ਼ ਦੀ ਫੌਜ ਉਸ ਸਮੇਂ ਹੁੰਦੀ ਦੋਨਾਂ ਪਾਸਾਂ ਤੇ ਫਿਰ ਇੰਨਾ ਨੁਕਸਾਨ ਨਹੀਂ ਸੀ ਹੋਣਾ। 10 ਲੱਖ ਦੇ ਕਰੀਬ ਅੱਜ ਅਰਦਾਸ ਬੇਨਤੀ 'ਚ ਵੀ ਬੋਲਿਆ ਗਿਆ ਸੀ ਕਿ 10 ਲੱਖ ਦੇ ਕਰੀਬ ਉਸ ਟਾਈਮ ਤੇ ਕਤਲੇਆਮ ਹੋਇਆ ਤੇ ਬਹੁਤਾਤ ਸਿੱਖਾਂ ਦਾ ਹੋਇਆ। ਅੱਜ ਅਰਦਾਸ ਬੇਨਤੀ ਵੀ ਕੀਤੀ ਆ, ਸਿੰਘ ਸਾਹਿਬ ਵੀ ਪਹੁੰਚੇ ਆ। ਦੂਸਰੀ ਅਰਦਾਸ ਬੇਨਤੀ ਕੀਤੀ ਗਈ ਆ, ਪਿਛਲੀ ਵਾਰੀ ਅਕਾਲ ਤਖਤ ਸਾਹਿਬ ਤੇ ਹੋਈ। ਦੇਖੋ ਇਤਿਹਾਸਕਾਰ ਕੋਈ ਤਾਂ 10 ਲੱਖ ਕਹਿੰਦਾ, ਕੋਈ 2.5 ਤੋਂ 3 ਮਿਲੀਅਨ ਕਹਿੰਦਾ, ਮਤਲਬ 25 ਤੋਂ 30 ਲੱਖ ਕਹਿੰਦਾ ਤੇ ਆਪਣੇ 15 ਮਿਲੀਅਨ ਕਹਿੰਦੇ ਉਜੜ ਕੇ ਆਏ, ਮਤਲਬ 1.5 ਕਰੋੜ ਪਰਿਵਾਰ ਉਜੜੇ ਤੇ 1 ਮਿਲੀਅਨ 10 ਲੱਖ ਤੋਂ ਲੈ ਕੇ 3 ਮਿਲੀਅਨ 30 ਲੱਖ ਤੱਕ ਜਿਹੜਾ ਜਿਨ੍ਹਾਂ ਦਾ ਬਲੀਦਾਨ ਦਿੱਤਾ ਗਿਆ। ਕੋਈ ਫਿਗਰ ਸਹੀ ਨਹੀਂ ਹੈਗੀ ਪਰ ਆਪਾਂ ਕਹਿ ਸਕਦੇ ਹਾਂ ਲੱਖਾਂ ਦੀ ਤਾਦਾਦ 'ਚ ਨੁਕਸਾਨ ਹੋਇਆ। ਐਵੇਂ ਖੂਨ ਡੁੱਲਿਆ, ਬੱਚਿਆਂ ਨੂੰ ਮਾਰਿਆ, ਬੀਬੀਆਂ ਦਾ ਕਿੰਨੀ ਬੇਪਰਤੀ ਹੋਈ, ਬੀਬੀਆਂ ਨਾਲ ਕਿਵੇਂ ਦਾ ਆਪਣਾ ਉਹਦਾ ਵਰਤਾਓ ਹੋਇਆ ਆਪਾਂ ਜਾਣਦੇ ਹੀ ਹਾਂ। ਜਿਹੜੇ ਲੋਕ ਭਰਾਵਾਂ ਵਾਂਗੂ ਰਹਿੰਦੇ ਸੀਗੇ ਰਾਤੋਂ ਰਾਤ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਐਦਾਂ ਨਫ਼ਰਤ ਕਿਉਂ ਬਣੀ? ਨਹੀਂ ਸੀ ਬਣਾਉਣੀ ਚਾਹੀਦੀ ਨਫ਼ਰਤ। ਇਹਦੇ ਪਿੱਛੇ ਕਸੂਰਵਾਰ ਕੌਣ ਹੈ? ਅੰਗਰੇਜ਼ ਅਤੇ ਜਿਹੜੀ ਕਾਂਗਰਸ ਪਾਰਟੀ ਇਹਦੇ ਪਿੱਛੇ ਕਸੂਰਵਾਰ ਆ। ਇਹ ਨਹੀਂ ਸੀ ਹੋਣਾ ਚਾਹੀਦਾ। ਪੰਜਾਬ ਨੇ ਆਪਣੇ ਸੀਨੇ ਤੇ ਇਹ ਜਿਹੜਾ ਦੁੱਖ ਚੱਲਿਆ ਅੱਜ ਵੀ ਇਹ ਜਿਹੜਾ ਬਹੁਤ ਵੱਡਾ ਜ਼ਖਮ ਆ। ਕਿਸੇ ਸਰਕਾਰ ਨੇ, ਕਾਂਗਰਸ ਨੇ ਤਾਂ ਕੀ ਆਪਣੇ ਮਾਫੀ ਮੰਗਣੀ ਸੀ, ਹੋਰ ਵੀ ਸਰਕਾਰਾਂ ਬਣੀਆਂ। ਅੱਜ ਵੀ ਚਲੋ ਅਸੀਂ ਕਹਿੰਦੇ ਆ ਜਿਹੜੀ ਹੁਣ ਦੀ ਸਰਕਾਰ ਹੈ, ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਇੱਕ ਕੰਮ ਉਹਨਾਂ ਨੇ ਕੀਤਾ ਕਿ ਜਿਹੜਾ ਉਹਨਾਂ ਨੇ 14 ਅਗਸਤ ਰਿਮੈਂਬਰੈਂਸ ਡੇ ਵਜੋਂ ਮਨਾਉਣ ਦਾ ਉਪਰਾਲਾ ਸ਼ੁਰੂ ਕਰਤਾ, ਯਾਦਗਾਰੀ ਦਿਵਸ। ਕਦੀ ਅੱਗੇ ਪਹਿਲਾਂ ਨਹੀਂ ਕਿਸੇ ਸਰਕਾਰ ਨੇ ਕੀਤਾ। ਇਹ ਬੜੀ ਚੰਗੀ ਗੱਲ ਆ ਕਿ ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਅੱਜ ਵੀ ਅਰਦਾਸ ਉਹਨਾਂ ਦੀ ਯਾਦ 'ਚ ਹੋਈ ਹੈ, ਉਹਨਾਂ ਦੀ ਆਪਣੇ ਸ਼ਰਧਾ 'ਚ ਹੋਈ ਹੈ, ਜਿਹੜੇ ਪਰਿਵਾਰ ਵਿਚਾਰੇ ਉਜੜੇ ਜਾਂ ਜਿਹਨਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਜਾਨੀ ਤੌਰ ਤੇ। ਸੋ ਕਿਸੇ ਸਰਕਾਰ ਨੇ ਮੱਲੇ ਮਿਲਾਉਣ ਦੀ ਗੱਲ ਛੱਡੋ, ਪਛਤਾਪ ਨਹੀਂ ਕੀਤਾ, ਆਪਣੀ ਜਿਹੜੀ ਗਲਤੀ ਨਹੀਂ ਮੰਨੀ ਤੇ ਮਾਫੀ ਦਾ ਬਹੁਤ ਦੂਰ ਦੀ ਗੱਲ ਆ। ਰਾਣਾ ਸਾਹਿਬ 1947 ਦੀ ਵੰਡ ਹੋਈ, ਜਿਹੜਾ ਕਿ ਭਾਰਤ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਪੰਜਾਬ ਚਲੇ ਜਾਂਦਾ ਵਾ ਤੇ 1966 'ਚ ਇੱਕ ਵੰਡ ਦੁਬਾਰਾ ਹੋ ਜਾਂਦੀ ਆ। ਉਸ ਤੋਂ ਬਾਅਦ 'ਚ ਹਰਿਆਣਾ, ਹਿਮਾਚਲ ਇਹ ਕੱਢ ਦਿੱਤਾ ਜਾਂਦਾ ਪੰਜਾਬ 'ਚੋਂ। ਪੰਜਾਬ ਦੇ ਤੇ ਬਹੁਤਾਜ ਟੁਕੜੇ ਕਰ ਛੱਡੇ। ਚਲੋ ਪੰਜਾਬੀ ਸੂਬਾ ਮੋਰਚਾ ਲੱਗਾ
ਪੰਜਾਬੀ ਸੂਬੇ ਮੋਰਚੇ ਦੇ ਸਾਰੇ ਜਿੰਨੇ ਬਾਨੀ ਸੀਗੇ, ਚਾਹੇ ਸੰਤ ਫਤਿਹ ਸਿੰਘ ਸੀ ਜਾਂ ਹੋਰ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀ, ਜੇ ਸਾਰੇ ਸੂਬੇ ਭਾਸ਼ਾ ਦੇ ਆਧਾਰ ਤੇ ਬਣੇ ਹਿੰਦੁਸਤਾਨ ਦੇ, ਤੇ ਭਾਸ਼ਾ ਦੇ ਆਧਾਰ ਤੇ ਪੰਜਾਬ ਬਣਨਾ ਚਾਹੀਦਾ ਸੀਗਾ। ਠੀਕ ਹੈ, ਹਿਮਾਚਲ 'ਚ ਜੇ ਨਹੀਂ ਬੋਲਦੇ ਪੰਜਾਬੀ, ਹਿਮਾਚਲ ਬਣਾਤਾ। ਬਹੁਤ ਸਾਰੇ ਹਰਿਆਣੇ ਦੇ ਜ਼ਿਲ੍ਹੇ ਪੰਜਾਬੀ ਬੋਲਦੇ ਸੀਗੇ। ਬਹੁਤ ਸਾਰੇ ਆਪਣੇ ਲੋਕ ਸ਼ਹਿਰਾਂ 'ਚ ਜਿਨ੍ਹਾਂ ਨੂੰ ਕਿਹਾ ਤੁਸੀਂ ਆਪਣਾ ਹਿੰਦੂ ਧਰਮ ਲਿਖਾਓ, ਸਾਜ਼ਿਸ਼ ਦੇ ਨਾਲ ਉਹਨਾਂ ਨੂੰ ਹਿੰਦੂ ਆਪਣੇ ਕਰਾਰ ਦਿੱਤਾ ਗਿਆ। ਤੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀਗੇ ਉਹ ਹਰਿਆਣੇ ਨੂੰ ਦੇ ਦਿੱਤੇ, ਜਿਹੜੇ ਪੰਜਾਬ ਦਾ ਹਿੱਸਾ ਚਾਹੀਦੇ ਸੀਗੇ। ਕੁਝ ਹਰਿਆਣੇ ਦੇ ਇਲਾਕੇ ਸੀ ਜਿਹੜੇ ਹਰਿਆਣੇ 'ਚ ਜਾਣੇ ਚਾਹੀਦੇ ਸੀ, ਉਹ ਜਾਏ ਅਬੋਹਰ ਫਾਜ਼ਿਲਕਾ ਆ, ਉਹ ਪੰਜਾਬ ਨੂੰ ਦੇ ਦਿੱਤਾ। ਸੋ ਪੰਜਾਬੀ ਸੂਬਾ, ਪੰਜਾਬ ਦੀ ਵੰਡ ਜਦੋਂ ਹੋਈ ਆ, ਉਹ ਸਹੀ ਤਰੀਕੇ ਨਾਲ ਨਹੀਂ ਹੋਈ। ਸਹੀ ਤਰੀਕੇ ਨਾਲ ਕਿਵੇਂ ਕਹਿ ਸਕਦੇ ਆ? ਰਾਜਧਾਨੀ ਨਹੀਂ ਸਾਨੂੰ ਮਿਲੀ ਅੱਜ ਤੱਕ। ਦੱਸੋ ਕਿਹੜਾ ਸੂਬਾ ਹਿੰਦੁਸਤਾਨ ਦਾ ਜੇ ਕੋਈ ਆਪਣੀ ਰਾਜਧਾਨੀ ਨਹੀਂ? ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਬਣਿਆ, ਇੱਕ ਨੂੰ ਆਪਣਾ ਮਿਲ ਗਿਆ ਹੈਦਰਾਬਾਦ, ਦੂਸਰਾ ਆਪਣੀ ਰਾਜਧਾਨੀ ਬਣਾ ਰਿਹਾ, ਚਾਹੇ ਅਮਰਾਵਤੀ ਬਣਾਵੇ, ਜਿੱਥੇ ਬਣਾਵੇ। ਉਹਨਾਂ ਨੇ ਫੈਸਲਾ ਕਰ ਲਿਆ ਵੀ ਰਾਜਧਾਨੀ ਇੱਕ ਸੂਬੇ ਦੀ ਰਹੂਗੀ। ਤੇ ਸਾਨੂੰ ਕਿਉਂ ਨਹੀਂ ਸਾਡੀ ਰਾਜਧਾਨੀ ਮਿਲੀ? ਸਾਡੇ ਪਾਣੀ, ਇਹ ਦਰਿਆਈ ਪਾਣੀ, ਹੁਣ ਕਿੰਨਾ ਨੁਕਸਾਨ ਹੋ ਰਿਹਾ ਪੰਜਾਬ 'ਚ। ਪੰਜਾਬ ਦੇ ਸੀ ਤੇ ਰਾਜਧਾਨੀ ਨਹੀਂ ਮਿਲੀ, ਤੇ ਉਸ ਰਾਜਧਾਨੀ ਤੇ ਹੁਣ ਦੂਜੇ ਰਾਜ ਵੀ ਕਬਜ਼ ਹੋਣਾ ਚਾਹੁੰਦੇ ਆ। ਹੁਣ ਤੇ ਉਹ ਕਹਿੰਦੇ ਕਿ ਹਰਿਆਣੇ ਨੂੰ ਵੀ ਇੱਥੋਂ ਜਗ੍ਹਾ ਦੇ। ਉਹ ਤਾਂ ਜਿਹੜੀ ਹੁਣ ਦੀ ਮੌਕੇ ਦੀ ਸਰਕਾਰ ਆ, ਉਹਨਾਂ ਤੋਂ ਆਪਣਾ ਕੇਸ ਸਹੀ ਤਰੀਕੇ ਦੇ ਨਾਲ ਸੰਭਾਲ ਨਹੀਂ ਹੋ ਰਿਹਾ, ਪੇਸ਼ ਨਹੀਂ ਹੋ ਰਿਹਾ। ਜੇ ਉਹ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਕਹੇ ਕਿ ਮੈਨੂੰ ਹਾਈ ਕੋਰਟ ਲਈ ਜਗ੍ਹਾ ਵੱਖਰੀ ਦਿਓ ਜਾਂ ਮੈਨੂੰ ਵਿਧਾਨ ਸਭਾ ਲਈ ਜਗ੍ਹਾ ਵੱਖਰੀ ਦਿਓ, ਮੁੱਖ ਮੰਤਰੀ ਸਾਹਿਬ ਉਹ ਤਾਂ ਹਾਈ ਕੋਰਟ ਵੀ ਸਾਡੀ ਆ, ਵਿਧਾਨ ਸਭਾ ਵੀ ਸਾਡੀ ਆ। ਅੱਜ ਤਾਂ ਕਹੀਏ ਭਾਈ ਹਰਿਆਣੇ ਵਾਲੇ ਤੁਸੀਂ ਸਾਡੇ ਭਰਾ ਹੋ, ਕੋਈ ਇਹ ਨਹੀਂ ਫਰਕ ਨਹੀਂ ਹੈਗਾ। ਕੋਈ ਅੰਦੋਲਨ, ਕਿਸਾਨ ਅੰਦੋਲਨ ਸਾਰਿਆਂ ਨੇ ਇਕੱਠਿਆਂ ਲੜਿਆ, ਕੋਈ ਫਰਕ ਨਹੀਂ ਹਰਿਆਣਾ, ਪੰਜਾਬ ਜਾਂ ਬਾਕੀ ਸੂਬਿਆਂ 'ਚ। ਪਰ ਤੁਸੀਂ ਭਾਈ ਆਪਣਾ ਪੰਚਕੂਲਾ ਲੈ ਲਓ, ਗੁੜਗਾਉਂ ਤੁਹਾਡੇ ਕੋਲ ਹੈਗਾ ਆ, ਉੱਥੇ ਰਾਜਧਾਨੀ ਬਣਾਓ। ਐਡਾ ਤੁਹਾਡਾ ਆਪਣੇ ਹੈਗਾ ਵੱਡਾ ਗੁੜਗਾਉਂ, ਇੰਨੀ ਉੱਥੇ ਆਪਣੀ ਪ੍ਰਫੁੱਲਤਾ ਹੋਈ, ਇੰਨਾ ਉਹ ਆਪਣੇ ਗਰੋ ਕਰ ਗਿਆ ਆਪਣੇ ਤੁਹਾਡੇ ਹਰਿਆਣੇ ਦੇ ਸ਼ਹਿਰ। ਵੀ ਭਾਈ ਤੁਸੀਂ ਆਪਣੀ ਰਾਜਧਾਨੀ ਲਾਓ, ਤੁਸੀਂ ਆਪਣੀ ਹਾਈ ਕੋਰਟ ਕਿਤੇ ਹੋਰ ਬਣਾਓ, ਵਿਧਾਨ ਸਭਾ ਕਿਤੇ ਹੋਰ ਬਣਾਓ। ਪੰਜਾਬ ਤੇ ਤੁਹਾਡਾ ਹੱਕ ਨਹੀਂ ਕਰਕੇ ਪੰਜਾਬ ਦੇ ਵਿੱਚੋਂ ਹੀ, ਪੰਜਾਬ ਦੀ ਜ਼ਮੀਨ 'ਚੋਂ ਚੰਡੀਗੜ੍ਹ ਬਣਿਆ ਸੀਗਾ। ਸੋ ਉਹਦੇ ਕਰਕੇ ਪੰਜਾਬ ਦਾ ਹੱਕ ਚੰਡੀਗੜ੍ਹ ਤੇ ਆ, ਤੇ ਜਿਹੜੀਆਂ ਸੰਸਥਾਵਾਂ ਨੇ ਚੰਡੀਗੜ੍ਹ ਵਿੱਚ ਉਹਨਾਂ ਦੇ ਵੀ ਪੰਜਾਬ ਦਾ ਹੱਕ ਆ, ਹਰਿਆਣੇ ਦਾ ਹੱਕ ਬਿਲਕੁਲ ਨਹੀਂ। ਪਾਣੀਆਂ ਤੇ ਪੰਜਾਬ ਦਾ ਹੱਕ ਆ। ਅਸੀਂ ਫੇਰ ਕਹਿੰਦੇ ਆ ਹਰਿਆਣਾ ਸਾਡਾ ਭਰਾ ਆ, ਰਾਜਸਥਾਨ ਵੀ ਸਾਡਾ ਭਰਾ ਆ। ਜੇ ਸਾਡੇ ਕੋਲ ਪਾਣੀ ਵਾਧੂ ਹੋਊਗਾ ਤੇ ਸਾਡੇ ਤੋਂ ਲੈ ਲੈਣ। ਪੰਜਾਬ ਨੂੰ ਡੋਬਣ ਵਾਸਤੇ ਪਾਣੀ ਹੋਵੇ ਤੇ ਪੰਜਾਬ 'ਚ ਹੀ ਰਹਿ ਜੇ, ਤੇ ਜਦੋਂ ਪੰਜਾਬ ਦਾ ਸੋਕਾ ਹੋਵੇ ਤੇ ਪਾਣੀ ਨਹਿਰਾਂ ਨਾਲ ਦੂਜੇ ਰਾਜਾਂ ਨੂੰ ਦੇ। ਉਹੀ ਗੱਲ ਆ, ਜੇ ਹੁਣ ਅੱਜ ਹੜ੍ਹ ਆ ਗਿਆ ਤੇ ਨੁਕਸਾਨ ਤਾਂ ਪੰਜਾਬ ਦਾ ਹੋ ਗਿਆ। ਰਾਜਸਥਾਨ ਦੀ ਕਨਾਲ ਬੰਦ ਕਰਤੀ, ਗੰਗ ਕਨਾਲ, ਉਹ 'ਚ ਇੱਕ ਤੁਪਕਾ ਪਾਣੀ ਨਹੀਂ ਜਾਂਦਾ। ਤੇ ਜਦੋਂ ਆਪਣੇ ਹੜ੍ਹ ਜਿਹੜਾ ਹੈਗਾ ਮਾਹੌਲ ਠੀਕ ਹੋ ਗਿਆ ਹੜ੍ਹਾਂ ਦਾ, ਉਦੋਂ ਗੰਗ ਕਨਾਲ 'ਚ ਪਾਣੀ ਜਾਣਾ ਆ, ਚੱਲਣਾ ਆ। ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕਿਸੇ ਦਾ ਹੱਕ ਮਾਰਨਾ ਆ। ਸਾਰੇ ਭਰਾਵਾਂ ਨੂੰ, ਸਾਰੇ ਸੂਬਿਆਂ ਨੂੰ ਪ੍ਰਫੁੱਲਤ ਹੋਣਾ ਚਾਹੀਦਾ ਆ। ਅਸੀਂ ਸਭ ਦਾ ਸੁੱਖ ਮੰਗਦੇ ਹਾਂ, ਆਪਾਂ ਸਰਬੱਤ ਦਾ ਭਲਾ ਮੰਗਦੇ ਹਾਂ। ਪਰ ਜਿਹੜਾ ਪੰਜਾਬ ਦੇ ਹੱਕ ਨੇ, ਪੰਜਾਬ ਦੀ ਜਿਹੜੀ ਜਾਇਜ਼ ਆਪਣੀ ਮੰਗਾਂ ਨੇ, ਸਾਡੀਆਂ ਤੁਸੀਂ ਮੰਨੀਆਂ ਨਹੀਂ ਅਜੇ ਤੱਕ। ਸ਼੍ਰੋਮਣੀ ਕਮੇਟੀ ਤੋੜਨ ਲੱਗ ਪਏ। ਤੁਸੀਂ ਦੱਸੋ, ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਤੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਟੁਕੜੇ ਕਰਤੇ। ਇਹ ਦੱਸੋ ਕਿੱਥੋਂ ਦਾ ਆਪਣਾ ਇਨਸਾਫ ਹੈ ਸਾਡਾ ਸਿੱਖਾਂ ਦਾ? ਸੋ ਇਹ ਸਾਰੀਆਂ ਗੱਲਾਂ ਦੇਸ਼ ਦੀ ਸਰਕਾਰ ਕਰੇ। ਪੰਜਾਬ ਦੀ ਸਰਕਾਰ ਜਿਹੜੀ ਹੁਣ ਦੀ ਆ, ਉਹਨਾਂ ਤੋਂ ਕੰਮ ਚੱਲਦਾ ਨਹੀਂਗਾ। ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਕੋਲ ਹੱਕ ਕੀ ਆ, ਉਹਨਾਂ ਦੇ ਰਾਈਟਸ ਕੀ ਆ, ਪੰਜਾਬ ਦਾ ਅਧਿਕਾਰ ਕੀ ਆ। ਉਹ ਆਪਣੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਵਰਤ ਨਹੀਂ ਰਹੇ ਤੇ ਪੇਸ਼ ਨਹੀਂ ਕਰ ਰਹੇ ਜਿਹੜੀ ਹੁਣ ਦੀ ਸਰਕਾਰ ਹੈ। ਪਰ ਚਲੋ ਇਹ ਹੌਲੀ ਹੌਲੀ ਸਾਰਾ ਕੁਝ ਠੀਕ ਹੋਣਾ। ਪਰ ਪੰਜਾਬੀਆਂ ਨਾਲ ਜੋ ਵੀ ਹੋਇਆ ਬਹੁਤ ਦਰਦਨਾਕ ਆ, ਤੇ ਪੰਜਾਬੀਆਂ ਨੇ ਦੇਸ਼ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਅਸੀਂ ਦੇਸ਼ ਭਗਤ ਹਾਂ, ਅੱਜ ਵੀ ਸੀਗੇ, ਕੱਲ੍ਹ ਵੀ ਸੀਗੇ ਤੇ ਕੱਲ੍ਹ ਰਵਾਂਗੇ ਵੀ ਦੇਸ਼ ਭਗਤ। ਸਾਡਾ ਦੇਸ਼ ਹੈ ਇਹ, ਪਰ ਸਾਨੂੰ ਸਾਡੇ ਬਣਦੇ ਹੱਕ ਤਾਂ ਦਿਓ, ਸਾਡਾ ਹਿੱਸਾ ਤਾਂ ਮਿਲਣਾ ਚਾਹੀਦਾ ਸਾਨੂੰ। ਅਸੀਂ ਤੁਹਾਡੇ ਨਾਲ ਜੁੜ ਗਏ। ਉਦੋਂ ਮਾਸਟਰ ਤਾਰਾ ਸਿੰਘ ਜੀ ਨੂੰ ਪੰਡਿਤ ਨਹਿਰੂ ਨੇ ਕਿਹਾ ਸੀ, ਜੋ ਬੋਲੋਗੇ ਵਹੀ ਹਮ ਕਰਾਂਗੇ, ਆਪ ਹਮ ਪਰ ਭਰੋਸਾ ਕਰੋ। ਤੇ ਹੁਣ ਉਹ ਭਰੋਸਾ ਕਿੱਥੇ ਗਿਆ? ਰਾਣਾ ਸਾਹਿਬ, ਜਦੋਂ ਹੱਕ ਮੰਗਣੇ ਆ ਉਦੋਂ ਤੁਸੀਂ ਖਾਲਿਸਤਾਨੀ ਹੁੰਦੇ ਹੋ। ਭਾਵੇਂ ਉਹ ਪਾਣੀ ਦੇ ਹੱਕ ਮੰਗ ਲਓ, ਭਾਵੇਂ ਸੁਖਦੇਵ ਸਿੰਘ ਜੀ ਚੰਡੀਗੜ੍ਹ ਮੰਗ ਲਓ, ਉਦੋਂ ਤੁਸੀਂ ਖਾਲਿਸਤਾਨੀ ਹੋਣਾ ਵਾ। ਥੋੜਾ ਅੱਗੇ ਆ ਜਾਓ ਸੁਖਦੇਵ ਫਗਵਾੜਾ ਜੀ। ਤੇ ਇੱਕ ਅਰਦਾਸ ਬੇਨਤੀ ਹੋਈ ਆ, ਦੂਸਰੀ ਅਰਦਾਸ ਬੇਨਤੀ ਅਕਾਲ ਤਖਤ ਸਾਹਿਬ ਵੱਲੋਂ। ਤੇ ਤਕਰੀਬਨ 18 ਕੁ ਸਾਲ ਦਾ ਸਮਾਂ ਪਹਿਲੋਂ ਵੀ ਆਪਾਂ ਅਰਦਾਸ ਬੇਨਤੀਆਂ ਸੁਣਦੇ ਰਹੇ ਹਾਂ। ਉਹਦਾ ਅੱਗੇ ਲੰਘਾ ਤੇ ਖੁੱਲ੍ਹਾ, ਪਰ ਵਡਾਲਾ ਸਾਹਿਬ ਵੀ ਦੱਸਿਆ ਹੁਣੇ ਕਿ ਸ਼ਰਤਾਂ ਹੋਈਆਂ ਤੈਅ। ਉਹ ਸ਼ਰਤਾਂ ਨਾ ਹੁੰਦੀਆਂ ਤਾਂ ਅੱਜ ਇਹ ਰੌਣਕਾਂ ਜਿਹੜੀਆਂ ਉਧਰਲੇ ਪਾਸੇ ਦੀ ਰੋਜ਼ਾਨਾ ਉਧਰਲੇ ਪਾਸੇ ਜਾਂਦੀਆਂ। ਅਰਦਾਸ ਬੇਨਤੀ ਉਦੋਂ ਦੀ ਕੀਤੀ 1947 ਦੇ ਵਿੱਚ 10 ਲੱਖ ਤੋਂ ਵੱਧ ਕਤਲੇਆਮ ਹੋਇਆ ਸੀ। ਕਿਵੇਂ ਵੇਖਦੇ ਸੀ? ਦੇਖੋ, ਅਲਟੀਮੇਟਲੀ ਨਾ ਇਹਦੇ ਬਾਰੇ ਅਸੀਂ 75 ਸਾਲ ਸਟੇਟ ਦੇ ਬਰਤਾਨ ਦੇ ਵਿੱਚ ਆ ਕੇ 15 ਅਗਸਤ ਨੂੰ ਸਵਾਏ ਇੱਕ ਛੁੱਟੀ ਵਾਲੇ ਦਿਨ ਤੋਂ ਬੱਚਿਆਂ ਦੀ ਸਕੂਲ ਦੀ ਛੁੱਟੀ, ਸਰਕਾਰੀ ਫੰਕਸ਼ਨਾਂ ਦਾ, ਤੇ ਜਾਂ ਇਹਦੀ ਜਿਹੜੀ ਸੋ ਕਾਲਡ ਨੈਸ਼ਨਲਿਜ਼ਮ ਦੇ ਆਧਾਰ 'ਤੇ ਹੀ
ਗਦਰ ਵਰਗੀਆਂ ਫਿਲਮਾਂ ਦੇਖ ਲੀਆਂ, ਇੰਜੋਏ ਕਰ ਲਿਆ। ਸਾਨੂੰ ਜਿਹੜੀ ਪੀੜ ਅਸੀਂ ਮਹਿਸੂਸ ਕਰਨੀ ਸੀ ਉਹ 75 ਸਾਲਾਂ ਬਾਅਦ ਜਾ ਕੇ ਉਹਦੀ ਸ਼ੁਰੂਆਤ ਕੀਤੀ ਹੈ। ਤੇ ਉਹ ਸ਼ਹੀਦ ਸਾਡੇ ਉਹ ਜਿਨ੍ਹਾਂ ਦੇ ਕਰਕੇ ਅੱਜ ਅਸੀਂ ਵਸੇ ਹੋਏ ਹਾਂ, ਹੈ ਨਾ, ਜਿਨ੍ਹਾਂ ਦੇ ਕਰਕੇ ਅੱਜ ਸਾਡੇ ਕੋਲ ਕਾਰਾਂ, ਜ਼ਮੀਨਾਂ, ਜਾਇਦਾਦਾਂ, ਇਹਦੇ ਪਿੱਛੇ ਇੱਕ ਬੜਾ ਵੱਡਾ ਉਜਾੜਾ ਵੀ ਹੈ। ਔਰ ਉਸ ਉਜਾੜੇ ਦੇ ਪਿੱਛੇ 10 ਲੱਖ ਪੰਜਾਬੀਆਂ ਦੀਆਂ ਉਹਨਾਂ ਦੀ ਪੀੜ ਵੀ ਹੈ, ਉਹਨਾਂ ਦੀਆਂ ਚੀਕਾਂ ਵੀ ਨੇ, ਉਹਨਾਂ ਦੇ ਸਮਝੌਤੇ ਨੇ, ਉਹਨਾਂ ਦੀਆਂ ਕੁਰਬਾਨੀਆਂ ਨੇ, ਉਹਨਾਂ ਦਾ ਤਿਆਗ ਹੈ। ਔਰ ਉਹ ਸਾਰਾ ਕੁਝ ਸਾਡੇ ਵਰਗਿਆਂ ਦੇ ਬਿਹਤਰ ਭਵਿੱਖ ਲਈ ਉਹਨਾਂ ਨੇ ਚੁਣਿਆ। ਹਾਲਾਂਕਿ ਉਹਨਾਂ ਕੋਲ ਆਪਸ਼ਨ ਮਾਸਟਰ ਤਾਰਾ ਸਿੰਘ ਦੀ ਗੱਲ ਵਡਾਲਾ ਸਾਹਿਬ ਨੇ ਕੀਤੀ ਹੈ ਜਾਂ ਸਾਰਿਆਂ ਦੀ, ਸਿੱਖ ਲੀਡਰਸ਼ਿਪ ਦੇ ਕੋਲ ਓਨੀ ਕੀ ਆਪਸ਼ਨ ਸੀ ਜਿੰਨੀ ਕਿ ਇੱਕ ਸਧਾਰਨ ਸਿੱਖ ਕੋ ਸੀ ਕਿ ਤੁਹਾਡੀ ਹੋਣੀ ਅਸੀਂ ਘੱਟ ਦਿੱਤੀ ਹੈ, ਤੁਸੀਂ ਇਹਨੂੰ ਖਿੜੇ ਮੱਥੇ ਮੰਨਣਾ, ਰੋ ਕੇ ਮੰਨਣਾ, ਇਹ ਤੁਹਾਡੇ ਤੇ ਹੈ, ਪਰ ਤੁਹਾਡੇ ਲਈ ਉਜਾੜਾ ਲਿਖ ਦਿੱਤਾ। ਔਰ ਇਸ ਉਜਾੜੇ ਦੇ ਵਿੱਚ ਹੀਣ ਭਾਵਨਾ ਚਾਹ ਕੇ, ਚਾਹੇ 84 ਦਾ ਸੰਘਰਸ਼ ਹੈ, ਚਾਹੇ 47 ਦੀ ਵੰਡ ਹੈ, ਸਿੱਖਾਂ ਕੋਲ ਲੈ ਦੇ ਕੇ ਆਪਣੇ ਹੀ ਸਿੱਖ ਲੀਡਰਾਂ ਨੂੰ ਗਾਲਾਂ ਕੱਢਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਅਸੀਂ ਇੰਨੀ ਹੀਣ ਭਾਵਨਾ ਦੇ ਸ਼ਿਕਾਰ ਹੋ ਗਏ ਹਾਂ, ਆਪਣੇ ਹੋਏ ਹਰ ਜ਼ੁਲਮ, ਹਰ ਨੁਕਸਾਨ ਲਈ ਅਸੀਂ ਕਿਸੇ ਨਾ ਕਿਸੇ ਸਿੱਖ ਨੂੰ ਹੀ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਹਾਂ। ਔਰ ਇਸ ਹੱਦ ਤੱਕ ਕਿ ਅਸੀਂ ਬਰਗਾੜੀ ਦੇ ਬੇਦਬੀਆਂ ਦੇ ਪਹਿਲੇ ਦੋਸ਼ੀ ਵੀ ਸਿੱਖ ਹੀ ਲੱਭੇ। ਔਰ ਉਹਦੇ ਖਿਲਾਫ ਪੰਥ ਦੀਆਂ ਕਹਿੰਦੀਆਂ ਕਹਾਉਂਦੀਆਂ ਸੰਸਥਾਵਾਂ ਨੇ ਨੈਰੇਟਿਵ ਸਿਰਜਿਆ ਕਿ ਇਹੀ ਦੋਸ਼ੀ ਨੇ, ਕਿਉਂਕਿ ਉਹ ਵਿਚਾਰਧਾਰਕ ਤੌਰ ਤੇ ਉਹਨਾਂ ਤੋਂ ਅਲੱਗ ਸੀ, ਉਹਨਾਂ ਨੂੰ ਲੱਗਦਾ ਸੀ ਇਹ ਮਿਸ਼ਨਰੀ ਆ ਸਿਰਫ ਇਸ ਕਰਕੇ। ਸੋ ਇਹ ਜਿਹੜੀ ਹੀਣ ਭਾਵਨਾ ਦਾ ਅਸੀਂ ਸ਼ਿਕਾਰ ਹੋ ਗਏ ਹਾਂ, ਹਰ ਚੀਜ਼ 'ਚ ਕੌਨਸਪੀਰੇਸੀ ਲੱਭਦੇ ਹਾਂ। ਸਾਨੂੰ ਲੱਗਦਾ ਦੁਸ਼ਮਣ ਦਾ ਕੋਈ ਕਸੂਰ ਨਹੀਂ, ਅਸੀਂ ਮੌਕਾ ਦਿੱਤਾ ਹੋਣਾ ਕੋਈ ਨਾ। ਸੋ ਉਸ ਵਕਤ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਕਾਨਫਰੰਸਾਂ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਬੈਠਕਾਂ ਦੇ ਵਿੱਚ ਤੁਸੀਂ ਰਿਕਾਰਡ ਦੇਖੋ, ਉਦੋਂ ਸਿੱਖ ਹੋਮਲੈਂਡ ਦੀ ਜਿਹੜੀ ਮੰਗ ਬਾਰ-ਬਾਰ ਕੀਤੀ ਜਾ ਰਹੀ ਸੀ ਤੇ ਉਹਦੀ ਕਸਰ ਕੱਢਣ ਲਈ ਹਰ ਉਹ ਚੀਜ਼ ਜਿਹਨੇ ਸਾਡੀ ਬਗਾਵਤ ਦਾ ਸੇਕਾ ਝੇਲਿਆ ਸੀ, ਵਿਚਾਰਧਾਰਕ ਤੌਰ ਤੇ ਮਨੂਵਾਦੀਆਂ ਨੇ ਸਾਡੀ ਬਗਾਵਤ ਝੇਲੀ ਸੀ ਤੇ ਸਰੀਰਕ ਤੌਰ ਤੇ ਅੰਗਰੇਜ਼ਾਂ ਨੇ ਝੇਲੀ ਸੀ, ਤੇ ਸਾਡਾ ਉਹ ਰਸਤਾ ਜਿਨ੍ਹਾਂ ਨੇ ਅੱਗੇ ਜਾ ਕੇ ਰਾਜ ਸੱਤਾ ਭੋਗਣੀ ਸੀ, ਉਹਨਾਂ ਨੂੰ ਸਾਡੇ ਵਿੱਚ ਗਾਂਹ ਵੀ ਬਾਗੀ ਨਜ਼ਰ ਆ ਰਹੇ ਸੀ ਵੰਡ ਹੋਣ ਤੋਂ ਬਾਅਦ ਵੀ, ਤੇ ਉਹ ਸਾਨੂੰ ਹੁਣੇ ਕੁਚਲਣਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਕਿ ਉਹ ਰਾਜ ਸੱਤਾ ਸਾਂਭਣ ਤੇ ਫਿਰ ਅਸੀਂ ਆਪਣੇ ਅਗਲੇ ਹੱਕਾਂ ਲਈ ਸੰਘਰਸ਼ ਕਰੀਏ। ਉਹ ਚਾਹੁੰਦੇ ਸੀ ਵੀ ਇਹ ਕੌਮ ਇਸੇ ਰੌਲੇ ਰੱਪੇ ਦੇ ਵਿੱਚ ਖੱਪ ਕੇ ਖਤਮ ਹੋ ਜਾਏ। ਤੇ ਉਹਦੀ ਇੱਕ ਕੰਬਾਈਨ ਜਿਹੜੀ ਇਹ ਇੱਕ ਸਰਬ ਸਾਂਝੀ ਰਣਨੀਤੀ, ਹਰ ਉਹ ਧਿਰ ਜਿਹੜੀ ਸਿੱਖਾਂ ਦੀ ਨਹੀਂ ਸੀ ਪਰ ਆਪਣੀ ਆਪਣੀ ਕਮਿਊਨਿਟੀ ਜਾਂ ਆਪਣੀ ਆਪਣੀ ਧਿਰ ਦੀ ਸਰਮੌਰ ਲੀਡਰਸ਼ਿਪ ਸੀ, ਚਾਹੇ ਉਹ ਕਾਂਗਰਸ ਦੇ ਸਾਰੇ ਤਰ੍ਹਾਂ ਦੀ ਲੀਡਰਸ਼ਿਪ ਸੀ, ਚਾਹੇ ਉਹਨੂੰ ਲਿਬਰਲ ਕਹਿ ਲਓ, ਕੱਟੜ ਕਹਿ ਲਓ, ਜਨਸੰਘੀਏ ਸੀ, ਕਾਂਗਰਸ ਸੀ, ਪਟੇਲ ਦਾ ਧੜਾ ਸੀ, ਗਾਂਧੀ ਸੀ ਜਿਹਨੂੰ ਸੌਫਟ ਕਹਿ ਦਿੰਦੇ ਆ, ਇੱਕ ਨੂੰ ਕੱਟੜ ਕਹਿ ਦਿੰਦੇ ਆ, ਮੁਸਲਿਮ ਲੀਗ ਸੀ। ਔਰ ਉਹਨਾਂ ਹਾਲਾਤਾਂ ਵਿੱਚ ਜਦੋਂ ਬੰਗਾਲੀਆਂ ਤੇ ਸਿੱਖਾਂ ਦੇ ਕਤਲੇਆਮ ਲਈ ਬਕਾਇਦਾ ਮੁਸਲਿਮ ਲੀਗ ਨੇ ਮੁਸਲਿਮ ਲੀਗ ਨੈਸ਼ਨਲ ਬ੍ਰਿਗੇਡ ਦੰਗਿਆਂ ਕਰਨ ਲਈ, ਘੱਟ ਗਿਣਤੀਆਂ ਨੂੰ ਕਤਲ ਕਰਨ ਲਈ ਬਣਾਈ ਹੋਈ ਸੀ। ਕਿਹੜਾ ਸਾਨੂੰ ਖਾਲਿਸਤਾਨ ਆਫਰ ਹੋ ਰਿਹਾ ਸੀ ਜਿਹੜਾ ਅਸੀਂ ਗੱਲ ਕਰਦੇ ਹਾਂ ਵੀ ਅੰਗਰੇਜ਼ ਤਾਂ ਦਿੰਦੇ ਸੀ ਜੀ ਸਿੱਖ ਹੋਮਲੈਂਡ, ਸਾਡੇ ਵਾਲਿਆਂ ਨੇ ਲਿਆ ਨਹੀਂ, ਕਦੋਂ ਦਿੱਤਾ ਗਿਆ ਸੀ, ਕਿਹੜਾ ਆਫਰ ਹੋਇਆ ਸੀ? ਉਸ ਵੇਲੇ ਦੇ ਜਿਹੜਾ ਅੰਗਰੇਜ਼ੀ ਹਕੂਮਤ ਦੇ ਅਧੀਨ ਪੰਜਾਬ ਸੀ ਉਹਦੇ ਵਿੱਚ 57% ਮੁਸਲਮਾਨ ਸਨ ਔਰ ਸਿੱਖਾਂ ਦੀ ਗਿਣਤੀ ਉਸ ਵੇਲੇ ਦੇ ਪੰਜਾਬ 'ਚ 13% ਸੀ। ਤੇ ਸਾਨੂੰ ਕਿਹੜਾ ਖਾਲਿਸਤਾਨ ਜਾਂ ਕਿਹੜਾ ਸਿੱਖ ਹੋਮਲੈਂਡ ਆਫਰ ਹੋ ਰਿਹਾ ਸੀ ਉਦੋਂ, ਹੈ ਨਾ? ਇਹ ਸਿਰਫ ਹੀਣ ਭਾਵਨਾ 'ਚੋਂ ਨਿਕਲੀਆਂ ਹੋਈਆਂ ਗੱਲਾਂ। ਜਿਵੇਂ ਇਹ ਕਿਹਾ ਜਾਂਦਾ ਵੀ ਡਾਕਟਰ ਅੰਬੇਦਕਰ ਸਿੱਖ ਬਣਨਾ ਚਾਹੁੰਦੇ ਸੀ, ਸਿੱਖਾਂ ਨੇ ਬਣ ਨਹੀਂ ਦਿੱਤਾ। ਜਿੱਡਾ ਵੱਡਾ ਇਹ ਝੂਠ ਹੈ ਓਡਾ ਹੀ ਵੱਡਾ ਇਹ ਝੂਠ ਹੈ ਵੀ ਅੰਗਰੇਜ਼ ਸਿੱਖ ਹੋਮਲੈਂਡ ਦਿੰਦੇ ਸੀ, ਮਾਸਟਰ ਤਾਰਾ ਸਿੰਘ ਨੇ ਲਈ ਨਹੀਂ, ਹੈ ਨਾ? ਸੋ ਇਹ ਇੱਕ ਮਿੱਥਾਂ ਨੇ, ਝੂਠ ਨੇ, ਤਾਂ ਕਿ ਤੁਹਾਡੇ ਅੰਦਰ ਹਮੇਸ਼ਾ ਨਿਰਾਸ਼ਤਾ ਰਹੇ ਔਰ ਤੁਸੀਂ ਆਪਣੀ ਲੀਡਰਸ਼ਿਪ ਦੀ ਜਿਹੜੀ ਉਹ ਭਰੋਸੇਯੋਗਤਾ ਉਹ ਹਮੇਸ਼ਾ ਉਹ ਖਤਮ ਕਰ ਜੇ। ਲੀਡਰਸ਼ਿਪ ਵੀ ਜਿਹੜੀ ਆ ਨਖਿੱਧ ਕਰ ਦੇਣੀ, ਹੈ ਨਾ? ਤੇ ਤੁਹਾਡੇ ਅੰਦਰ ਹੀਣ ਭਾਵਨਾ ਭਰ ਦੇਣੀ, ਤੁਸੀਂ ਦੁਸ਼ਮਣ ਦੇ ਜ਼ੁਲਮ ਵੱਲ ਤੁਹਾਡਾ ਧਿਆਨ ਹੀ ਨਹੀਂ ਗਿਆ ਤੇ 75 ਸਾਲ ਨਹੀਂ ਗਿਆ। ਤੁਸੀਂ ਆਪਣਿਆਂ ਨੂੰ ਕੋਸਦੇ ਰਹੋ ਤੇ ਦੂਜਾ ਪਾਸਾ ਸਾਨੂੰ ਭੁੱਲ ਜੇ ਕਿ ਭੁੱਲਿਆ ਹੀ ਰਵੇ ਕਿ ਆਪਣੇ ਹੀ ਮਾੜੇ ਸੀ, ਨਹੀਂ ਤੇ ਸਾਨੂੰ ਰਾਜ ਭਾਗ। ਉਹਦੇ ਵਿੱਚੋਂ ਅਸੀਂ ਕੋਈ ਪੋਲਿਟਿਕਸ ਨਹੀਂ ਸਿੱਖੀ। ਮੈਂ ਫਿਰ ਇਹ ਕਹਿ ਰਿਹਾ ਵੀ ਹਰ ਧਿਰ ਨੇ, ਚਾਹੇ ਉਹ ਮੁਸਲਮਾਨਾਂ ਦੀ ਸੀ, ਚਾਹੇ ਹਿੰਦੂਆਂ ਦੀ ਸੀ, ਚਾਹੇ ਦਲਿਤਾਂ ਦੀ ਸੀ, ਜਿਹੜਾ ਧਿਰ ਇਹ ਕਹਿ ਰਿਹਾ ਸੀ ਵੀ ਮੈਂ ਇੱਕ ਵਿਸ਼ੇਸ਼ ਸਮਾਜ ਦੀ ਨੁਮਾਇੰਦਗੀ ਕਰ ਰਿਹਾ, ਸਿੱਖਾਂ ਦੇ ਉਜਾੜੇ ਦੇ ਵਿੱਚ ਸਭ ਨੇ ਬਰਾਬਰ ਦੀ ਸਹਿਮਤੀ ਦਿੱਤੀ ਔਰ ਉਸ ਉਜਾੜੇ ਦਾ ਨਾ ਕਿਸੇ ਨੇ ਵਿਰੋਧ ਕੀਤਾ, ਬਲਕਿ ਉਸ ਉਜਾੜੇ ਤੋਂ ਬਾਅਦ ਜਿਹੜੀ ਸੈਲੀਬ੍ਰੇਸ਼ਨ ਚੱਲੀ ਭਾਰਤ ਦੇ ਵਿੱਚ ਆਜ਼ਾਦੀ ਦੀ, ਉਹ ਸੈਲੀਬ੍ਰੇਸ਼ਨ ਦੇ ਵਿੱਚ ਹਿੱਸਾ ਲਿਆ। ਕਿਸੇ ਨੇ ਸ਼ੇਰ ਮੁਹੰਮਦ ਖਾਂ ਵਾਂਗ ਹਾਂ ਦਾ ਨਾਰਾ ਤੱਕ ਨਹੀਂ ਮਾਰਿਆ। ਕੋਈ ਹੈਗਾ ਤਾਂ ਰਿਕਾਰਡ 'ਚ ਦਿਖਾ ਦਿਓ ਜੇ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਹੋਵੇ ਇਸ ਉਜਾੜੇ ਲਈ। ਇੱਕ ਪੂਰੀ ਕੌਮ ਉਹਨੂੰ ਇਤਿਹਾਸਕ ਤੌਰ ਤੇ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਸਾਰੇ ਪੱਖਾਂ ਤੋਂ ਉਜਾੜ ਦਿੱਤਾ ਗਿਆ। ਲੀਡਰਸ਼ਿਪ ਨੂੰ ਵੀ ਖਤਮ ਕੀਤਾ ਗਿਆ, ਆਰਥਿਕ ਤੌਰ ਤੇ ਖਤਮ ਕੀਤਾ ਗਿਆ, ਸਾਡੇ ਗੁਰਧਾਮ ਖੋਏ ਗਏ ਔਰ ਸਾਨੂੰ ਰਿਫਿਊਜੀ ਬਣਾ ਕੇ ਇੱਕ ਕੰਧ ਤੋਂ ਪਾਰ ਸਿੱਟ ਦਿੱਤਾ ਗਿਆ ਵੀ ਤੁਸੀਂ ਆਪਣੀ ਅਗਲਾ ਭਵਿੱਖ ਉੱਥੇ ਜਾ ਕੇ ਮਤਲਬ ਰਿਫਿਊਜੀਆਂ ਵਾਂਗ, ਭਿਖਾਰੀਆਂ ਵਾਂਗ ਘੜ ਲਓ। ਅੱਜ ਵੀ ਜਿੱਥੇ ਖੜੇ ਆ ਸੁਖਦੇਵ, ਇੱਥੋਂ ਮਹਿਜ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ
ਕਰਤਾਰਪੁਰ ਗੁਰਦੁਆਰਾ ਸਾਹਿਬ ਆ, ਜੇ ਤੁਸੀਂ ਦਰਸ਼ਨ ਨਹੀਂ ਕਰ ਸਕਦੇ। ਤੇ ਮੈਨੂੰ ਲੱਗਦਾ ਤੁਹਾਡੇ ਤੇ ਮੇਰੇ ਵਰਗਾ ਤਾਂ ਵੈਸੇ ਨਹੀਂ ਕਰ ਸਕਦਾ, ਕਿਉਂਕਿ ਸਾਨੂੰ ਤੇ ਆਰਡਰ ਵੀ ਮਿਲੇ। ਮੈਂ ਲਾਸਟ ਟਾਈਮ ਥੋੜਾ ਸਮਾਂ ਹੋ ਗਿਆ ਕਿ ਅਸੀਂ ਵੀ ਕੋਸ਼ਿਸ਼ ਕੀਤੀ ਸੀ ਕਿ ਮੈਂ ਦਰਸ਼ਨ ਮੇਲੇ ਕਰਕੇ ਆਵਾਂ, ਪਤਾ ਨਹੀਂ ਕਿਉਂ ਮੈਨੂੰ ਛੱਡ ਬਾਕੀ ਪਰਿਵਾਰ ਮੇਰਾ ਸਾਰੇ ਦਰਸ਼ਨ ਮੇਲੇ ਕਰ ਆਇਆ ਜੀ। ਪਰ ਮੈਨੂੰ ਸਾਡੇ ਵਰਗਾ ਜਾ ਵੀ ਜਾਊਗਾ ਤੋਂ ਬਾਅਦ ਮਹੀਨਾ ਪਰ ਇੰਟੈਲੀਜੈਂਸ ਏਜੰਸੀਆਂ ਦੇ ਗੇੜੇ ਸਾਡੇ ਘਰ ਵੱਜਦੇ ਰਹਿਣੇ ਆ। ਸੋ ਇਹ ਇੱਕ ਆਪਣੇ ਤਰ੍ਹਾਂ ਦੀ ਇੱਕ ਮਾਨਸਿਕ ਹਰਾਸਮੈਂਟ ਵੀ ਆ, ਖਾਸ ਤੌਰ ਤੇ ਜਿਹੜੇ ਥੋੜਾ ਬਹੁਤਾ ਐਕਟਿਵਲੀ ਸਿੱਖ ਗਤੀਵਿਧੀਆਂ 'ਚ ਵਿਚਰਦੇ ਨੇ ਤੇ ਉਹਨਾਂ ਲਈ ਤਾਂ ਵੱਖਰੀ ਹਰਾਸਮੈਂਟ ਵੀ ਹੈ। ਸੋ ਇਹ ਅਲਟੀਮੇਟਲੀ ਮੈਂ ਫਿਰ ਇਹ ਕਹਿਣਾ ਵੀ ਜਿਨ੍ਹਾਂ ਨੇ ਸਭ ਕੁਝ ਗਵਾਇਆ, ਸਭ ਕੁਝ ਉਜਾੜਾ ਝੱਲਿਆ, ਉਹ ਕੀ ਕਹਿ ਰਹੇ ਨੇ? ਉਸ ਸਰਹੱਦ ਤੇ ਖੜ ਕੇ ਕੋਈ ਲਲਕਾਰੇ ਨਹੀਂ ਮਾਰ ਰਹੇ, ਕੋਈ ਘੂਰੀਆਂ ਨਹੀਂ ਵੱਟ ਰਹੇ, ਉਹ ਵਾਹਗਾ ਬਾਰਡਰ ਦੀ ਪਰੇਡ ਵਾਂਗ ਤੇ ਇੱਥੇ ਖੜ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ। ਔਰ ਜਿਨ੍ਹਾਂ ਨੂੰ ਘਰ ਬੈਠੇ ਆਜ਼ਾਦੀ ਮਿਲੀ ਆ, ਉਹ ਇਹਨਾਂ ਦਿਨਾਂ ਦੇ ਵਿੱਚ ਗਦਰ ਫਿਲਮ ਵਰਗੀ ਫਿਲਮ ਨੂੰ ਸੈਲੀਬ੍ਰੇਟ ਕਰਕੇ ਮੁਸਲਮਾਨਾਂ ਤੇ ਹਮਲੇ ਕਰ ਰਹੇ ਨੇ। ਅਸੀਂ ਸਰਹੱਦ ਤੇ ਖੜ ਕੇ ਜਿੱਥੇ ਜੰਗਾਂ ਲੜੀਆਂ ਜਾਂਦੀਆਂ ਨੇ ਉੱਥੇ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਹਾਂ ਔਰ ਆਪਣੇ ਹੱਕਾਂ ਦੀ ਗੱਲ ਸ਼ਾਂਤੀਪੂਰਵਕ ਤਰੀਕੇ ਨਾਲ ਕਰ ਰਹੇ ਹਾਂ। ਔਰ ਜਿੱਥੇ ਸ਼ਾਂਤੀ ਹੋਣੀ ਚਾਹੀਦੀ ਆ ਭਾਰਤ ਦੇ ਮੱਧ ਦੇ ਵਿੱਚ, ਯੂਪੀ ਬਿਹਾਰ ਦੇ ਵਿੱਚ, ਇਹ ਸਾਰੇ ਏਰੀਏ ਦੇ ਵਿੱਚ, ਉੱਥੇ ਉਹਨਾਂ ਨੇ ਪਿੰਡ ਜੰਗ ਦੇ ਮੈਦਾਨ ਬਣਾਤੇ, ਚਾਹੇ ਉਹ ਮੇਵਾਤ ਹੈ, ਨੂੰਹ ਹੈ, ਯੂਪੀ ਹੈ, ਗੁੜਗਾਉਂ ਹੈ, ਹੈ ਨਾ। ਸੋ ਇਹਦੇ ਵਿੱਚ ਇਹ ਮਾਨਸਿਕਤਾ ਦਾ ਫਰਕ ਹੈ, ਸਾਡੇ ਦੇਖਣ ਦਾ, ਦੁਨੀਆ ਨੂੰ ਦੇਖਣ ਦਾ, ਸਮਝਣ ਦਾ। ਔਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਉਹ ਬਿਲਕੁਲ ਵਿਲੱਖਣ ਹੈ। ਔਰ ਇਹੋ ਜਿਹੇ ਖਿੱਤੇ ਦੇ ਵਿੱਚ ਜਿਹੜਾ ਸੈਂਸਿਟਿਵ ਖਿੱਤਾ, ਜਿਹੜਾ ਅੱਧੀ ਦੁਨੀਆ ਨੂੰ ਪ੍ਰਭਾਵਿਤ ਕਰਦਾ, ਇੱਥੇ ਸਾਡੇ ਵਰਗੇ ਲੋਕ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਵਰਗੇ ਲੋਕ ਰਹਿਣੇ ਬਹੁਤ ਜ਼ਰੂਰੀ ਨੇ। ਇਸ ਕਰਕੇ ਮੈਂ ਸਟੇਜ ਤੋਂ ਵੀ ਇਹ ਗੱਲ ਕੀਤੀ ਵੀ ਉਹ ਉਜਾੜਾ ਸਾਡੇ ਤੇ ਥੋਪਿਆ ਗਿਆ ਸੀ, ਇਹ ਉਜਾੜਾ ਅਸੀਂ ਹੁਣ ਚੁਣ ਰਹੇ ਹਾਂ ਜਦੋਂ ਇਸ ਧਰਤੀ ਨੂੰ ਛੱਡ ਕੇ ਜਾ ਰਹੇ ਹਾਂ। ਅਸੀਂ ਆਪਣੇ ਆਪ ਨੂੰ ਇਸ ਧਰਤੀ ਨੂੰ ਖਤਰੇ 'ਚ ਪਾ ਰਹੇ ਹਾਂ। ਉਹ ਗੁਰਧਾਮ ਸਾਡੇ ਕੋਲ ਅਸੀਂ ਨਾਲ ਨਹੀਂ ਸੀ ਲੈ ਕੇ ਆ ਸਕਦੇ, ਇਹ ਗੁਰਧਾਮ ਅਸੀਂ ਆਪ ਛੱਡ ਕੇ ਜਾ ਰਹੇ ਹਾਂ। ਇਹ ਦੁਬਾਰਾ ਆ ਕੇ ਫਿਰ ਦੁਬਾਰਾ ਗੁਰਧਾਮ ਵਸਣੇ ਨਹੀਂ। ਜਿਵੇਂ ਅੱਜ ਕਹਿ ਰਹੇ ਆ ਨਾ, ਇੱਕ ਕਰਤਾਰਪੁਰ ਸਾਹਿਬ ਨੂੰ ਸੈਂਕੜੇ ਗੁਰਦੁਆਰਾ ਸਾਹਿਬ ਸਾਡੇ ਪਵਿੱਤਰ ਸਥਾਨ ਹੋਣਗੇ ਜਿੱਥੇ ਗੁਰੂ ਸਾਹਿਬਾਨਾਂ ਦੇ ਪੈਰ ਪਏ ਹੋਣਗੇ, ਕਈ ਗੁਰੂ ਸਾਹਿਬਾਨਾਂ ਦੇ ਜਨਮ ਸਥਾਨ ਉੱਥੇ ਨੇ, ਹੈ ਨਾ। ਸੋ ਇਹੋ ਜਿਹੇ ਗੁਰਧਾਮ ਜਿਹੜੇ ਹੁਣ ਅਸੀਂ ਉੱਧਰੋਂ ਜਿਹੜਾ ਦਾਵਾ ਇੱਕ ਤਰੀਕੇ ਨਾਲ ਛੱਡ ਗਏ ਆ, ਮਹਿਜ ਇੱਕ ਅਰਦਾਸ ਦਾ ਹਿੱਸਾ ਬਣ ਕੇ ਰਹਿ ਗਿਆ। ਕੋਈ ਕੌਮ ਇਹਦੇ ਲਈ ਕੋਈ ਜੰਗੀ ਪੱਧਰ 'ਤੇ ਕੋਈ ਲੜਾਈ ਨਹੀਂ ਲੜ ਰਹੀ, ਹੈ ਨਾ। ਇਹ ਸਿਰਫ ਇੱਕ ਅਰਦਾਸ ਦਾ ਹਿੱਸਾ ਬਣ ਕੇ ਰਹਿ ਗਿਆ। ਤੇ ਇੱਧਰਲਾ ਹਿੱਸਾ ਵੀ ਜਿਹੜਾ ਪ੍ਰਵਾਸ ਤੇ ਉਜਾੜਾ ਹੁਣ ਅਸੀਂ ਆਪ ਚੁਣਿਆ, ਜਦੋਂ ਇੱਥੋਂ ਜਾ ਰਹੇ ਹਾਂ, ਮਾਈਗ੍ਰੇਟ ਹੋ ਰਹੇ ਹਾਂ, ਤੇ ਇੱਥੋਂ ਜਿਹੜੀਆਂ ਜੜ੍ਹਾਂ ਖਤਮ ਕਰਕੇ ਜਾ ਰਹੇ ਹਾਂ। ਜਿਸ ਪਰਿਵਾਰ ਦਾ ਇੱਕ ਬੱਚਾ ਤੇ ਉਸ ਇੱਕ ਬੱਚੇ ਦੇ ਨਾਂ 'ਤੇ ਜਿਹੜੀ ਪਿੱਛੇ ਵਿਰਾਸਤ ਬਚਣੀ ਹੈ, ਜਿਹੜੀ ਜ਼ਮੀਨ ਬਚਣੀ ਹੈ, ਉਹ ਸਾਰੀ ਗਹਿਣੇ ਰੱਖ ਕੇ ਜਾਂ ਵੇਚ ਕੇ ਤੁਸੀਂ ਉਹਨੂੰ ਬਾਹਰ ਭੇਜ ਰਹੇ ਹੋ ਤੇ ਉਹਨੇ ਵਾਪਸ ਨਹੀਂ ਮੁੜਨਾ। ਸੋ ਇਹ ਅਲਟੀਮੇਟਲੀ ਇਹ ਉਜਾੜਾ ਅਸੀਂ ਆਪ ਚੁਣ ਰਹੇ ਹਾਂ। ਹੁਣ ਇਸ ਉਜਾੜੇ ਨੂੰ ਠੱਲ ਪਾਉਣ ਲਈ ਵੀ ਅਸੀਂ ਇੱਥੋਂ ਅਰਦਾਸ ਕਰਨੀ ਬਹੁਤ ਜ਼ਰੂਰੀ ਹੈ। ਔਰ ਕੋਰੀਡੋਰ ਇਸ ਕਰਕੇ ਦੋ ਚੀਜ਼ਾਂ, ਅਰਦਾਸ ਦੀ ਤਾਕਤ ਸੀ, ਅਰਦਾਸ ਚੱਲਦੀ ਰਹੀ ਤੇ ਲਾਂਘਾ ਖੁੱਲ੍ਹਿਆ। ਅਰਦਾਸ ਇਸ ਤੋਂ ਅੱਗੇ ਦੀ ਚੱਲਦੀ ਰਹੇਗੀ ਵੀ ਇਹ ਹੁਣ ਅਸਲ ਦੇ ਵਿੱਚ ਇੱਥੇ ਵਪਾਰਕ ਲਾਂਘਾ ਵੀ ਬਣਨਾ ਆਉਣ ਵਾਲੇ ਸਮੇਂ 'ਚ। ਤੇ ਇਹ ਆਰਥਿਕ ਪੱਖ ਤੋਂ ਇਸ ਜ਼ਮੀਨ ਦੀ ਜਿਹੜੀ ਅਹਿਮੀਅਤ ਆ, ਦੁਨੀਆ ਭਰ ਦੀਆਂ ਕਾਰਪੋਰੇਟ ਅਦਾਰਿਆਂ ਦੀ ਇਸ ਜ਼ਮੀਨ ਦੇ ਉੱਤੇ ਨਿਗਾਹ ਹੈ। ਦੁਨੀਆ ਦੇ ਵਿੱਚ ਕੁਛ ਪਰਸੈਂਟ ਇਹੋ ਜਿਹੀ ਜਗ੍ਹਾ ਆ ਜਿਹੜੀ ਇੰਨੀ ਉਪਜਾਊ ਹੈ, ਠੀਕ ਹੈ। ਸੋ ਇਹਦਾ ਜਿਹੜਾ ਅਸੀਂ ਇਸ ਸੋਨੇ ਵਰਗੀ ਧਰਤੀ ਦਾ ਦਾਵਾ ਛੱਡ ਕੇ ਇੱਥੋਂ ਸਾਨੂੰ ਦੜਾਇਆ ਜਾ ਰਿਹਾ, ਇਹ ਜਿਹੜੇ ਬਣਾਵਟੀ ਹੜ੍ਹ ਲਿਆਂਦੇ ਜਾ ਰਹੇ ਨੇ ਔਰ ਇਹ ਬਣਾਵਟੀ ਸਪਰੇਹਾਂ, ਇਹ ਸਾਰਾ ਕੁਝ ਸਾਨੂੰ ਇਸ ਜ਼ਮੀਨ ਦੇ ਉੱਤੇ ਮਾਲਕੀ ਦਾਵਾ ਛੱਡਣ ਵਾਸਤੇ ਮਜਬੂਰ ਕਰਨ ਵਾਸਤੇ ਵੀ ਇੱਥੋਂ ਪ੍ਰਵਾਸ ਕਰ ਜੀ ਅੱਕ ਕੇ। ਅੱਜ ਦੀ ਅਰਦਾਸ ਬੇਨਤੀ ਜਿਹੜੀ ਹੋਈ ਆ ਅਕਾਲ ਤਖਤ ਸਾਹਿਬ ਤੋਂ ਲਾਸਟ ਟਾਈਮ ਹੀ ਹੋਈ ਸੀ, ਅੱਜ ਦੂਸਰੀ ਵਾਰੀ ਇੱਥੇ ਆਣ ਕੇ ਤੁਸੀਂ ਕਰਤਾਰਪੁਰ ਕੋਰੀਡੋਰ 'ਤੇ ਕਰ ਰਹੇ ਹੋ। ਦੋਵਾਂ ਸਰਕਾਰਾਂ ਨੂੰ ਕੀ ਸੁਨੇਹਾ ਤੁਹਾਡਾ? ਦੇਖੋ, ਅਸੀਂ ਫਿਰ ਇਹ ਕਹਿੰਦੇ ਆ ਵੀ ਹਰ ਪੱਖ ਤੋਂ ਅਸੀਂ ਆਪਣੀ ਭਾਸ਼ਾ 'ਚ ਨਾ ਸਮਝੀਏ। ਜਿਸ ਅਖੌਤੀ ਏਕਤਾ, ਅਖੰਡਤਾ ਤੇ ਸਿਕਿਉਰਿਟੀ, ਹੈ ਨਾ, ਦੇਸ਼ ਦੀ ਇਹਨਾਂ ਦੇ ਕੋਲ ਘੱਟ ਗਿਣਤੀਆਂ ਨੂੰ ਕੁਚਲਣ ਲਈ ਲੈ ਦੇ ਕੇ 3 ਕਿਨਾਰੇ ਨੇ ਪਿਛਲੇ 75 ਕੁ ਸਾਲਾਂ ਤੋਂ। ਦੇਸ਼ ਦੀ ਸੁਰੱਖਿਆ, ਆਂਤਰਿਕ ਸੁਰੱਖਿਆ ਕਹਿੰਦੇ ਹੁੰਦੇ ਨੇ, ਹੈ ਨਾ, ਦੇਸ਼ ਦੀ ਏਕਤਾ, ਦੇਸ਼ ਦੀ ਅਖੰਡਤਾ। ਇਹ 3 ਚੀਜ਼ਾਂ ਦੇ ਨਾਂ 'ਤੇ ਲੱਖਾਂ ਦਾ ਕਤਲੇਆਮ ਕਰ ਜਾਂਦੇ ਨੇ ਵੀ ਇਹਨੂੰ ਜਸਟੀਫਾਈ ਕਰਦੇ ਨੇ ਇਹਨਾਂ 3 ਲਫ਼ਜ਼ਾਂ ਦੇ ਨਾਲ। ਇਹਨਾਂ 3 ਲਫ਼ਜ਼ਾਂ ਦੇ ਹਿਸਾਬ ਨਾਲ, ਉਹਨਾਂ ਦੇ ਹਿਸਾਬ ਨਾਲ ਹੀ ਸੋਚ ਲਈਏ ਤਾਂ ਵੀ ਇੱਥੇ ਸਿੱਖ ਮੈਜੋਰਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਇੱਥੇ ਸਿੱਖ ਨਾ ਰਹੇ ਤਾਂ ਇਹ ਕਦੀ ਵੀ ਭਾਰਤ ਦਾ ਹਿੱਸਾ ਰਹਿ ਹੀ ਨਹੀਂ ਸਕਦਾ। ਸੋ ਇਹ ਜਿਹੜਾ ਮਜਬੂਰ ਕੀਤਾ ਜਾ ਰਿਹਾ ਬਣਾਵਟੀ ਹੜ੍ਹਾਂ ਰਾਹੀਂ, ਸਿੰਥੈਟਿਕ ਨਸ਼ਿਆਂ ਰਾਹੀਂ ਇੱਥੋਂ ਨੌਜਵਾਨੀ ਨੂੰ ਪ੍ਰਵਾਸ ਕਰਨ ਲਈ, ਇਹ ਅਲਟੀਮੇਟਲੀ ਸਾਡੀ ਕੌਮ ਲਈ, ਸਾਡੀ ਧਰਤੀ ਲਈ ਜਿੰਨਾ ਨੁਕਸਾਨਦਾਇਕ ਆ। ਤੇ ਜਿਹੜੇ ਅਖੌਤੀ 3 ਨਾਅਰੇ ਲਈ ਫਿਰਦੇ ਨੇ, ਏਕਤਾ, ਅਖੰਡਤਾ ਤੇ ਆਂਤਰਿਕ ਸੁਰੱਖਿਆ ਦੇ, ਇਹ ਧਰੇ ਧਰਾਏ ਰਹਿ ਜਾਣਗੇ। ਇਹ ਸੁਰੱਖਿਆ ਵੀ ਸਿੱਖਾਂ ਨੇ ਕਰਨੀ ਹੈ। ਇੱਥੇ ਦੀ ਏਕਤਾ, ਅਖੰਡਤਾ ਬਚੀ ਵੀ ਤਾਂ ਹੀ ਰਹਿਣੀ ਹੈ ਜੇ ਇੱਥੇ ਸਿੱਖ ਰਹਿਣਗੇ। ਕੁਝ ਦਿਨ ਪਹਿਲਾਂ ਜਿਹੜਾ ਪੰਜਾਬ ਦੇ ਹੜ੍ਹਾਂ ਦਾ ਜ਼ਿਕਰ ਕਰ ਲਈਏ, 1 ਮਹੀਨੇ ਤੋਂ ਵੱਧ ਹੋ ਗਿਆ ਸੰਤਾਪ ਭੋਗਣ ਡਿਆ। ਸੰਤਾਪ ਤੇ ਬਹੁਤ ਭੋਗਣੇ ਪਏ। 2 ਇੰਚ ਦੀ ਸਿਰਿੰਜ ਜਿਹੜੀ ਆ ਉਹ ਸੰਤਾਪ ਪੰਜਾਬ ਨੂੰ ਦੇ ਰਹੀ ਆ। ਤੇ ਹੁਣ ਹੜ੍ਹਾਂ ਦਾ ਸੰਤਾਪ ਤੇ 3 ਤੋਂ 4 ਦਿਨ ਦੇ ਵਿੱਚ ਜਿਹੜਾ ਹੁਣ ਪਾਣੀ ਆਇਆ
ਉਹ ਸੰਤਾਪ 1 ਮਹੀਨਾ ਪਹਿਲੋਂ ਨਾਲੋਂ ਵੀ ਜ਼ਿਆਦਾ ਭੋਗਣਾ ਪੈ ਰਿਹਾ। ਇਸ ਟਾਈਮ ਦੇ ਉੱਤੇ ਹਰੀਕਿਆ ਵਾਲੇ ਪਾਸੇ ਵੇਖੀਏ ਕਈਆਂ ਥਾਵਾਂ ਤੋਂ ਟੁੱਟ ਕੇ ਉਹਨੇ ਕਈ ਪਿੰਡ ਰੋਡ ਛੱਡੇ। ਇਹ ਫਿਰ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਡਾਟਾ ਬਹੁਤ ਸਾਰੇ ਜਰਨਲਿਸਟ ਉਹਨਾਂ ਨੇ ਜਿਹੜਾ ਰਿਪੋਰਟ ਵੀ ਕੀਤਾ ਵੀ ਜਦੋਂ ਤੁਸੀਂ ਇਹਨਾਂ ਦਾ ਪਿਛਲੇ 15 ਦਿਨਾਂ ਦਾ ਡਾਟਾ ਐਨਾਲਿਸਿਸ ਕਰੋਗੇ ਸੋ ਇੱਥੋਂ ਇਹ ਸਾਫ਼ ਪਤਾ ਲੱਗਦਾ ਵੀ ਇਹ ਹੜ੍ਹ ਜਿਹੜੇ ਬਣਾਵਟੀ ਨੇ ਔਰ ਉਹ ਡਾਟਾ ਜਿਹੜਾ ਇਹਨਾਂ ਦੀਆਂ ਆਫੀਸ਼ੀਅਲ ਵੈਬਸਾਈਟਸ ਤੇ ਪਾਇਆ ਹੋਇਆ ਹੈ ਨਾ ਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਰਿਹਾ ਹੈ ਵੀ ਆਉਣ ਵਾਲੇ ਦਿਨਾਂ ਦਾ ਮੌਸਮ ਦਾ ਜਾਣਕਾਰੀ ਹੁੰਦੀ ਹੈ ਵੀ ਕਿੰਨੀ ਬਾਰਿਸ਼ ਪਹਾੜਾਂ 'ਚ ਪੈਣ ਵਾਲੀ ਹੈ ਔਰ ਜਦੋਂ ਤੁਸੀਂ ਲਗਾਤਾਰ ਜੇ ਤੁਹਾਨੂੰ ਇੱਕ ਅੰਦਾਜ਼ਾ ਲਾ ਲਈਏ ਵੀ ਇੱਕ 40,000 ਕਿਊਸਿਕ ਰੋਜ਼ ਦਾ ਆ ਰਿਹਾ ਤੇ ਅਗਰ ਤੁਸੀਂ ਰੋਜ਼ ਦਾ ਉਹਦਾ ਐਵਰੇਜ 25 ਤੋਂ 30,000 ਕਿਊਸਿਕ ਜਾਂ 15,000 ਅਗਲੇ ਦਾ ਇਲਾਕਾ ਜਿੰਨਾ ਕਿ ਚੱਲ ਸਕੇ ਉਸ ਹਿਸਾਬ ਨਾਲ ਰੋਜ਼ਾਨਾ ਛੱਡਦੇ ਰਹੋਗੇ ਤਾਂ ਇੱਕ ਬੈਲੈਂਸ ਬਣਿਆ ਰਹੂਗਾ। ਅਗਰ ਤੁਹਾਨੂੰ ਇਹ ਪਤਾ ਵੀ ਆਉਣ ਵਾਲੇ ਸਮੇਂ 'ਚ 2.5 ਲੱਖ ਕਿਊਸਿਕ ਪਾਣੀ ਆਉਣਾ ਹੈ ਤੇ ਤੁਸੀਂ ਉਸ ਤੋਂ ਪਹਿਲਾਂ 4 ਦਿਨ ਪਾਣੀ ਬਿਲਕੁਲ ਛੱਡਣਾ ਬੰਦ ਕਰ ਦਿਓ ਤੇ ਉਸ ਤੋਂ ਬਾਅਦ 1.5-2 ਲੱਖ ਇਕੱਠਾ ਛੱਡ ਦਿਓ ਫਿਰ ਇਹਨੂੰ ਬਣਾਵਟੀ ਹੜ੍ਹ ਨਾ ਕਹੀਏ ਤੇ ਫਿਰ ਕੀ ਕਹੀਏ? ਇਹ ਕਿਹੜੀ ਮੈਨੇਜਮੈਂਟ ਹੈ ਇਹਨਾਂ ਦੀ? ਇਹ ਡੈਮ ਦੀ ਸੁਰੱਖਿਆ ਨੂੰ ਵੀ ਖਤਰਾ, ਪੰਜਾਬ ਨੂੰ ਵੀ ਖਤਰਾ। ਤੇ ਇਹਦਾ ਮਤਲਬ ਇਹ ਆ ਵੀ ਇਹਦੇ ਕਾਰਨ ਪੋਲੀਟੀਕਲ ਨੇ, ਕਾਰਪੋਰੇਟ ਘਰਾਣਿਆਂ ਦੀ ਇਹਨਾਂ ਜ਼ਮੀਨਾਂ ਤੇ ਨਿਗਾਹ। ਕਿਸਾਨ ਅੰਦੋਲਨ ਰਾਹੀਂ ਅਸੀਂ ਉਹਨਾਂ ਦੀ ਇੱਕ ਐਂਗਲ ਤੋਂ ਇੱਕ ਦਿਸ਼ਾ ਤੋਂ ਆਉਣ ਵਾਲੇ ਵਾਰ ਨੂੰ ਜ਼ਰੂਰ ਰੋਕ ਪਾਏ ਆ ਕਾਨੂੰਨੀ ਤਰੀਕੇ ਦੇ ਨਾਲ ਲਈ, ਪਰ ਅਲਟੀਮੇਟਲੀ ਉਹ ਚਾਹੁੰਦੇ ਨੇ ਕਿ ਇੱਥੋਂ ਦੇ ਲੋਕਾਂ ਦੇ ਮਨਾਂ 'ਚ ਇਹ ਰਾਏ ਬਣ ਜੇ ਕਿ ਇੱਥੋਂ ਦੀ ਖੇਤੀ ਲਾਹੇਵੰਦ ਨਹੀਂ, ਰਿਸਕੀ ਹੈ, ਕਿਸੇ ਟਾਈਮ ਵੀ ਉਹ ਨੁਕਸਾਨ ਦੇ ਵਿੱਚ ਜਾ ਸਕਦੇ ਨੇ। ਤੇ ਫਿਰ ਉਹੀ ਕਾਰਪੋਰੇਟ ਘਰਾਣੀਆਂ ਆ ਕੇ ਤੁਹਾਡੇ 2.5-2.5 300 ਖੇਤਾਂ ਦੇ ਫਾਰਮ ਬਣਾ ਕੇ ਇੱਥੋਂ ਹੀ ਖੇਤਾਂ 'ਚ ਬੀਜ ਕੇ ਤੁਹਾਨੂੰ ਆਪਣੇ ਖੇਤ ਦੇ ਵਿੱਚ ਉਹਨਾਂ ਨੇ ਇੱਕ ਮੂਲੀ ਤੱਕ ਨਹੀਂ ਦੇਣੀ। ਹਰੀ ਕ੍ਰਾਂਤੀ ਜਿਹੜੀ ਸੀ ਕਿਤੇ ਨਾ ਕਿਤੇ ਇਹ ਵੀ ਪ੍ਰਵਾਸ ਕਰਨ ਨੂੰ ਕਿ ਇੱਥੋਂ ਪ੍ਰਵਾਸ ਹੋ ਜੇ ਤੇ ਉਹਦੇ ਵਿੱਚ ਕਾਬਜ ਹੋ ਜਾਣ ਉਹ ਘਰਾਣੇ ਵੱਡੇ। ਦੇਖੋ ਇਹ ਕੋਈ ਪੋਲੀਟੀਕਲ ਪਾਰਟੀ ਦੀਆਂ ਨੀਤੀਆਂ ਨਹੀਂ ਹੁੰਦੀਆਂ, ਜਿਹੜੀਆਂ ਡੀਪ ਸਟੇਟ ਦੀਆਂ ਨੀਤੀਆਂ ਹਰ ਸਟੇਟ ਲਈ ਪੱਕੀਆਂ ਹੁੰਦੀਆਂ ਨੇ। ਕਸ਼ਮੀਰ ਲਈ ਉਹਨਾਂ ਦੀ ਇੱਕ ਖਾਸ ਤਰ੍ਹਾਂ ਦੀ ਨੀਤੀ ਹੈ। ਪਿਛਲੇ ਦਿਨੀ ਉੱਥੋਂ ਦੇ DGP ਜਿਹੜੇ ਦਿਲਬਾਗ ਸਿੰਘ ਨੇ ਉਹਨਾਂ ਦੀ ਸਟੇਟਮੈਂਟ ਇਹ ਆ ਵੀ ਅਸੀਂ ਇੰਨਾ ਟੈਰਰਿਜ਼ਮ ਕਰਕੇ ਕਸ਼ਮੀਰ 'ਚ ਨੁਕਸਾਨ ਨਹੀਂ ਝੇਲਿਆ ਜਿੰਨਾ ਹੁਣ ਨਸ਼ਿਆਂ ਕਰਕੇ ਝੇਲ ਰਹੇ ਹਾਂ। ਸੋ ਜਿਹੜੇ ਰਸਤੇ ਤੇ ਪੰਜਾਬ ਨੂੰ ਪਿਛਲੇ 20 ਸਾਲ ਪਹਿਲਾਂ ਪਾਇਆ ਗਿਆ ਸੀ ਹੁਣ ਉਹੀ ਤਰੀਕਾ ਜਿਹੜਾ ਕਸ਼ਮੀਰ ਵੱਲ ਨੂੰ ਵੀ ਨਸ਼ਿਆਂ ਦਾ ਹੜ੍ਹ, ਸਰਿੰਜਾਂ ਦਾ, ਸਮੈਕ ਦਾ ਵਗਾਇਆ ਜਾ ਰਿਹਾ। ਸੋ ਇਹਦੇ ਵਿੱਚ ਅਲਟੀਮੇਟਲੀ ਇਹ ਦੇਖੀਏ ਵੀ ਇਹ ਇੱਕ ਘੜੀ ਕਢਾਈ ਪੱਕੀ ਨੀਤੀ ਹੈ। ਜਦੋਂ ਦਾ ਪੰਜਾਬ ਸੂਬਾ ਬਣਿਆ, ਜਦੋਂ ਸੂਬਾ ਬਣਦਾ ਤੇ ਡੀਪ ਸਟੇਟ ਉਹਦੇ ਲਈ ਇੱਕ ਨੀਤੀ ਘੜਦੀ ਹੈ ਵੀ ਕੇਂਦਰ ਦਾ ਇਸ ਸੂਬੇ ਦੇ ਪ੍ਰਤੀ ਰਵੱਈਆ ਕਿਹੋ ਜਿਹਾ ਹੋਊਗਾ। ਸੋ ਇਹ ਸਾਡੇ ਲਈ ਜਿਹੜੀ ਉਹਨਾਂ ਦੀ ਨਫ਼ਰਤ ਹੈ ਉਹ ਅੱਜ ਵੀ ਅੰਗਰੇਜ਼ਾਂ ਵਾਂਗ ਇਸ ਸੂਬੇ ਨੂੰ ਆਪਣੀ ਇੱਕ ਬਸਤੀ ਸਮਝਦੇ ਨੇ ਜਿੱਥੋਂ ਸਿਰਫ ਲੈਣਾ ਜਾਣਦੇ ਨੇ ਤੇ ਬਦਲੇ 'ਚ ਚਾਹੁੰਦੇ ਨੇ ਕਿ ਇੱਥੋਂ ਦੇ ਲੋਕ ਜਦੋਂ ਕਦੀ ਪੈਰਾਂ ਤੇ ਖੜੇ ਹੋ ਕੇ ਆਰਥਿਕ ਪੱਖ ਤੋਂ, ਸਮਾਜਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ ਖਾਸ ਕਰਕੇ ਜਦੋਂ ਪੈਰਾਂ ਤੇ ਖੜੇ ਹੋ ਜਾਣਗੇ ਸਭ ਤੋਂ ਪਹਿਲਾਂ ਸਾਨੂੰ ਬਗਾਵਤ ਕਰਨਗੇ, ਸਾਡੇ ਲਈ ਚੈਲੰਜ ਖੜਾ ਕਰਨਗੇ। ਇਸ ਕਰਕੇ ਉਹ ਇਹਨੂੰ ਹਮੇਸ਼ਾ ਇਸ ਸੂਬੇ ਦੇ, ਇਸ ਇਲਾਕੇ ਦੇ ਲੋਕਾਂ ਦੇ ਹੱਥ ਦੇ ਵਿੱਚ ਕਟੋਰਾ ਦੇਖਣਾ ਚਾਹੁੰਦੇ ਨੇ, ਹੋਰ ਕੁਛ ਨਹੀਂ। 2-3 ਦਿਨ ਪਹਿਲਾਂ ਇੱਕ ਮੀਟਿੰਗ ਹੁੰਦੀ ਆ ਪ੍ਰਸ਼ਾਸਨ ਦੀ ਤੇ CM ਸਾਹਿਬ ਦੀ। ਉਹ ਕਹਿੰਦੇ ਕਿ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਚਿੱਟਾ ਤੇ ਖਤਮ ਕਰ ਦਾਂਗੇ, ਨਸ਼ਾ ਖਾਸ ਕਰਕੇ ਖਤਮ ਕਰ ਦਾਂਗੇ। ਕੀ ਲੱਗਦਾ ਇਹਦੇ ਵਿੱਚ ਕੋਈ ਰਣਨੀਤੀ ਘੜੀ ਜਾ ਰਹੀ ਹੈ? 2-3 ਦਿਨ ਤੋਂ ਜੇ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਵਿਖਾ ਰਹੇ ਆ ਕਿ ਥਾਂ ਦੇ ਉੱਤੇ ਨਾਕੇ ਲੱਗੇ ਹੋਏ ਆ ਤੇ ਗੱਡੀਆਂ ਚੈੱਕ ਹੁੰਦੀਆਂ, ਬੱਸਾਂ ਚੈੱਕ ਹੋਈ ਜਾਂਦੀਆਂ। ਕੀ ਇਸ ਤਰ੍ਹਾਂ ਨਸ਼ਾ ਖਤਮ ਹੋ ਜਾਊ? ਦੇਖੋ ਇਹ ਇੱਕ ਸਾਈਕੋਲੋਜੀਕਲ ਗੇਮ ਹੈ, ਇਹ ਪ੍ਰੋਪੇਗੈਂਡਾ, ਹੋਰ ਕੁਛ ਨਹੀਂ। ਜਿਵੇਂ ਤੁਹਾਨੂੰ 2014 'ਚ ਲੱਗਣ ਲੱਗ ਪਿਆ ਸੀ ਵੀ ਪਤਾ ਨਹੀਂ ਅਗਲੇ 1 ਮਹੀਨੇ ਬਾਅਦ ਤੁਹਾਡੇ ਅਕਾਊਂਟਾਂ 'ਚ 15-15 ਲੱਖ ਆ ਜਾਣਾ ਹੈ ਨਾ, ਮਹਿੰਗਾਈ ਬਿਲਕੁਲ ਹੀ ਘਟ ਜਾਣੀ ਹੈ ਤੇ ਬਸ ਜਿਹੜੇ ਚੰਗੇ ਦਿਨ ਆ ਜਾਣੇ ਨੇ। ਇੱਕ ਮਾਰਕੀਟਿੰਗ ਸਟ੍ਰੈਟਜੀ ਹੈ। ਅੱਗੇ ਹੁੰਦਾ ਸੀ ਵੀ ਇਹ ਮੋਦੀ ਦਾ ਪਿਓ ਹੈ, ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਮੋਦੀ ਦੇ ਸ਼ਾਹ ਦਾ ਮਾਰਕੀਟਿੰਗ ਦੇ ਵਿੱਚ ਨਾਟਕਬਾਜ਼ੀ, ਜੁਮਲੇਬਾਜ਼ੀ 'ਚ ਉਹਨਾਂ ਦੇ ਪਿਓ ਨੇ, ਠੀਕ ਹੈ। ਸੋ ਉਹ ਜਿਹੜੀਆਂ ਅੱਗੇ ਹੁੰਦਾ ਸੀ ਵੀ ਇਹ ਇਲੈਕਸ਼ਨਸ ਕੈਂਪੇਨਸ ਜਿਹੜੀਆਂ ਇਲੈਕਸ਼ਨ ਵੇਲੇ ਹੁੰਦੀਆਂ ਸੀ, ਕਾਫੀ ਵਿਦ ਕੈਪਟਨ ਅਸੀਂ ਦੇਖਿਆ ਨਾ, ਹਲਕੇ 'ਚ ਕੈਪਟਨ, ਉਹ 2-3 ਮਹੀਨੇ ਦੀ ਕੈਂਪੇਨ ਹੁੰਦੀ ਸੀ। ਹੁਣ ਸਾਰੀ ਦੀ ਸਾਰੀ ਸਰਕਾਰ ਹੀ ਇੱਕ ਪੋਲੀਟੀਕਲ ਤੇ ਮਾਰਕੀਟਿੰਗ ਕੈਂਪੇਨ ਬਣ ਕੇ ਰਹਿ ਗਈ ਹੈ ਵੀ ਕੁਝ ਹੋਵੇ ਨਾ ਹੋਵੇ ਪਰ ਲੱਗਣਾ ਚਾਹੀਦਾ ਵੀ ਕੁਝ ਹੋ ਰਿਹਾ ਜਾਂ ਕੁਝ ਹੋਣ ਵਾਲਾ। ਬਸ ਇਹ ਇੱਕ ਜਿਹੜੀ ਸਾਡੇ ਲਈ ਇੱਕ ਜਿਹੜੀ ਸਾਡੀ ਮਾਨਸਿਕਤਾ ਦੇ ਨਾਲ TV ਰਾਹੀਂ ਸੋਸ਼ਲ ਕਿਉਂ ਚੈਨਲ ਕੈਪਚਰ ਕੀਤੇ ਜਾ ਰਹੇ ਨੇ, ਉਹ ਚੈਨਲ ਬੰਦ ਕੀਤੇ ਜਾ ਰਹੇ ਨੇ ਜਿਹੜੇ ਉਹਨਾਂ ਦੀ ਬੋਲੀ ਨਹੀਂ ਬੋਲਦੇ। ਇਹਨਾਂ ਚੈਨਲਾਂ ਤੋਂ ਲੈਣਾ ਕੀ ਉਹਨਾਂ ਨੇ? ਬਹੁਤ ਸਾਰੇ ਚੈਨਲ ਇਹੋ ਜਿਹੇ ਵੀ ਬੰਦ ਕਰਤੇ ਜਿਹੜੇ ਸਰਕਾਰ ਦੇ ਖਿਲਾਫ ਨਹੀਂ ਸੀ ਬੋਲਦੇ, ਬਸ ਉਹਨਾਂ ਦੀ ਘੜੀ ਕਢਾਈ ਮਾਰਕੀਟਿੰਗ ਜਿਹੜੀ ਦਿੱਲੀ ਤੋਂ ਘੜਾਈ ਨੀਤੀ ਉਹਦਾ ਹਿੱਸਾ ਨਹੀਂ ਬਣੇ, ਇਸ ਕਰਕੇ ਵੀ ਬੰਦ ਹੋ ਗਏ। ਸੋ ਇਹਦਾ ਮਤਲਬ ਉਹ ਜਾਣਦੇ ਨੇ ਇਹਦੀ ਇੰਪੋਰਟੈਂਸ ਕੀ ਹੈ। ਤੁਹਾਡੇ ਹੱਥ 'ਚ ਫੜੇ ਮੋਬਾਈਲ ਦੀ, ਤੁਹਾਡੇ ਘਰ 'ਚ ਲੱਗੇ TV ਦੀ ਵੈਲਿਊ ਜਾਣਦੇ ਨੇ। ਉਸ ਰਾਹੀਂ ਹਰ ਰੋਜ਼ ਤੁਹਾਡੇ ਮਨ ਨਾਲ ਖੇਡਿਆ ਜਾ ਰਿਹਾ ਬਸ ਹੁਣ ਕੁਝ ਹੋਣ ਵਾਲਾ, ਬਸ ਤੁਹਾਡੇ ਬਸ ਕੁਝ ਅਗਲੇ 1 ਮਹੀਨੇ 'ਚ ਇੱਦਾਂ ਹੋ ਜਾਣਾ, ਜਨਵਰੀ ਤੱਕ ਨਸ਼ਾ ਖਤਮ ਹੋ ਜਾਣਾ, 5 ਸਾਲ ਐਂ ਲੰਘ ਜਾਣੇ ਤੇ ਉਹੀ 5 ਸਾਲ ਵਾਂਗ ਫਿਰ ਕੈਪਟਨ ਵਾਂਗੂ ਕੋਈ ਗੁਟਕਾ ਸਾਹਿਬ ਦੀ ਭਗਵੰਤ ਮਾਨ ਉੱਠ ਕੇ ਆਪਣੀ ਮਾਂ ਦੀ, ਆਪਣੀ ਭੈਣ ਦੀ, ਘਰ ਵਾਲੀ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਚੱਕੂਗਾ ਵੀ ਪੰਜਾਬੀ ਉਹ ਇੱਕ ਮੌਕਾ ਹੋਰ, ਬਸ 4 ਹਫ਼ਤਿਆਂ 'ਚ ਫਿਰ ਖਤਮ ਹੋ ਜਾਊਗਾ ਤੇ ਅਸੀਂ ਫਿਰ ਵੋਟਾਂ ਪਾ ਦੇਣੀਆਂ। ਫਿਰ ਸ਼ਾਇਦ ਅਸੀਂ ਬਦਲਾ ਮਾਨਸਿਕਤਾ ਦੀ ਖੇਡ ਹੈ, ਬਦਲਾ ਲੱਭਦੇ ਰਵਾਂਗੇ। ਹਰ 5 ਸਾਲ ਬਾਅਦ ਕੋਈ ਨਾ ਕੋਈ ਨਵਾਂ ਫਿਰ ਇਹ ਕਹਿ ਰਿਹਾ ਵੀ
ਸਾਡੇ ਕੋਲ ਕੋਈ ਇਹੋ ਜੀ ਕਿਸੇ ਪੋਲੀਟੀਕਲ ਪਾਰਟੀ ਕੋਲ ਇਹੋ ਜੀ ਲੀਡਰਸ਼ਿਪ ਨਹੀਂ ਹੈ ਜਿਹੜੀ ਡੀਪ ਸਟੇਟ ਦੀਆਂ ਪੰਜਾਬੀਆਂ ਦੇ ਪ੍ਰਤੀ ਬਣਾਈਆਂ ਹੋਈਆਂ ਘਟੀਆਂ ਨੀਤੀਆਂ ਦੇ ਵਿਚਕਾਰ ਕੋਈ ਤਾਲਮੇਲ ਬਣਾ ਕੇ ਕੋਈ ਬੈਲੈਂਸ ਹੀ ਕਰ ਸਕੇ। ਮੈਂ ਬਚਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਕਰਦਾ, ਬੈਲੈਂਸ ਬਣਾਉਣ ਵਾਲੀ ਲੀਡਰਸ਼ਿਪ ਵੀ ਹੈ ਨਹੀਂ ਕਿ ਵੀ ਜਿਹੜੀ ਪੰਜਾਬੀਆਂ ਦਾ ਨੁਕਸਾਨ ਵੀ ਨਾ ਹੋਣ ਦੇਵੇ ਤੇ ਡੀਪ ਸਟੇਟ ਨੂੰ ਵੀ ਬੈਲੈਂਸ ਕਰੀ ਰੱਖੇ। ਇਹੋ ਜੀ ਲੀਡਰਸ਼ਿਪ ਵੀ ਹੈ ਨਹੀਂ। ਇਹ ਤਾਂ ਸਾਰੇ ਮਤਲਬ ਉਹਨਾਂ ਦੇ ਝੁਕਾਅ 'ਚ ਵਹਿਣ ਵਾਲੇ ਨੇ, ਜਿਵੇਂ ਉਹਨਾਂ ਨੇ ਡਿਸਾਈਡ ਕਰ ਲਿਆ ਦਿੱਲੀ ਬੈਠ ਕੇ ਵੀ ਬੰਦੇ ਫੜਨੇ ਨੇ ਤੇ ਡਿਬਰੂਗੜ੍ਹ ਭੇਜਣੇ ਨੇ, ਤੇ ਇਹ ਤਾਂ ਵਿਚਾਰਿਆਂ ਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਅਸੀਂ ਇਹਦਾ ਕ੍ਰੈਡਿਟ ਲੈਣਾ ਆ ਕਿ ਅਸੀਂ ਆਪਣੇ ਆਪ ਨੂੰ ਇਹਦੇ ਤੋਂ ਵੱਖ ਕਰਨਾ। ਸੋ ਇੰਨੀ ਕੁ ਨਕੰਮੀ ਲੀਡਰਸ਼ਿਪ ਹੈ। ਧੰਨਵਾਦ। ਸੁਖਦੇਵ ਸਿੰਘ ਫਗਵਾੜਾ ਸਾਡੇ ਨਾਲ ਸੀ, ਉਹਨਾਂ ਪੂਰਾ ਡਿਟੇਲ ਬਣਾ ਕੇ ਦੱਸਤੀ ਆ ਕਿ ਇਹ ਅਰਦਾਸ ਬੇਨਤੀ ਕਿਉਂ ਹੋ ਰਹੀ ਆ। ਅਰਦਾਸ ਬੇਨਤੀ ਪਹਿਲਾਂ ਵੀ ਲੰਬਾ ਸਮਾਂ ਅਰਦਾਸ ਬੇਨਤੀ ਇੱਥੇ ਹੋਈ। ਮੈਂ ਕਹੂੰਗਾ ਇੱਕ ਵਾਰੀ ਆਪਾਂ ਕੋਰੀਡੋਰ ਦੀਆਂ ਤਸਵੀਰਾਂ ਜ਼ਰੂਰ ਦਿਖਾ ਦਈਏ ਜਿੱਥੇ ਅਸੀਂ ਖੜੇ ਆ। ਉੱਥੇ ਤਸਵੀਰਾਂ ਕੁਛ ਗਜ ਦੀ ਦੂਰੀ ਤੇ ਅਸੀਂ ਖੜੇ ਆ ਉਸ ਕੋਰੀਡੋਰ ਤੋਂ ਜਿੱਥੇ ਥੋੜਾ ਸਮਾਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਆ, ਤੇ ਆ ਅਰਦਾਸ ਬੇਨਤੀ ਉਹ ਸਮੂਹਕ ਅਰਦਾਸ ਹੋਈ ਆ ਕਿ ਜਿਹੜੇ 10 ਲੱਖ ਤੋਂ ਵੱਧ ਉਸ ਟਾਈਮ ਤੇ ਕਤਲਮ ਹੋਇਆ ਉਹਨਾਂ ਦੇ ਮਨਾਂ ਨੂੰ ਸ਼ਾਂਤੀ, ਆਤਮਾਵਾਂ ਨੂੰ ਸ਼ਾਂਤੀ ਪਹੁੰਚੀ। ਤੇ ਦੂਜੇ ਪਾਸੇ ਜਿਹੜਾ ਕਤਲੇਆਮ ਸੀ ਉਹ ਕਤਲੇਆਮ ਕੇਵਲ ਸਿੱਖਾਂ ਦਾ ਹੋਇਆ, ਉਹਦੇ ਵਿੱਚ ਉਜਾੜਾ ਕੇਵਲ ਸਿੱਖਾਂ ਦਾ ਹੋਇਆ। ਤੇ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਗੱਲ ਕਰਦੇ ਉਹਨਾਂ ਨੇ ਵੀ ਕਿਹਾ ਕਿ ਉਹ ਕਤਲੇਆਮ ਸੀ ਤੇ ਉਹਦੇ 'ਚ ਉਜਾੜਾ ਵੀ ਸਾਡਾ ਹੀ ਹੋਇਆ। ਤੇ ਹੁਣ ਜਿਹੜੀ ਗੱਲ ਕੀਤੀ ਆ ਸੁਖਦੇਵ ਸਿੰਘ ਫਗਵਾੜਾ ਜਾਂ ਪਰਮਪਾਲ ਜੀ ਨੇ, ਉਹ 'ਚ ਵੀ ਉਹ ਸਾਬਤ ਹੁੰਦੀ ਹੈ ਕਿ ਜੋ ਹੋਇਆ ਉਹ ਸ਼ਾਇਦ ਸੰਤਾਪ ਕੇਵਲ ਪੰਜਾਬ ਨੂੰ ਹੀ ਭੁਗਤਣਾ ਪਿਆ। 1947 ਦਾ ਸੰਤਾਪ ਪੰਜਾਬ ਨੇ ਭੁਗਤਿਆ, 1966 ਦੇ ਵਿੱਚ ਦੂਜਾ ਸੰਤਾਪ ਜਦੋਂ ਫਿਰ ਪੰਜਾਬ ਨੂੰ ਟੁਕੜੇ ਕਰ ਦਿੱਤੇ ਜਾਂਦੇ ਆ, ਉਹਦੇ ਵਿੱਚੋਂ ਰਾਜ ਕੱਢ ਦਿੱਤੇ ਜਾਂਦੇ ਆ। 84 ਦਾ ਸੰਤਾਪ ਵੀ ਪੰਜਾਬ ਨੇ ਭੁਗਤਿਆ। ਉਹ ਭਾਵੇਂ ਬੈਠੇ ਹੋਣ ਦਿੱਲੀ, ਕਾਨਪੁਰ ਜਾਂ ਬੋਕਾਰੋ ਦੀ ਧਰਤੀ ਤੇ ਸਿੱਖ, ਉਹਨਾਂ ਨੂੰ ਮਾਰ ਦਿਆ ਜਾਂਦਾ, ਕੁੱਟਿਆ ਜਾਂਦਾ, ਬੇਪਤੇ ਧੀਆਂ ਨੂੰ ਕੀਤਾ ਜਾਂਦਾ। ਇਹੋ 47 'ਚ ਵਾਪਰਿਆ ਸੀ। ਕਤਲੇਆਮ ਹੋਇਆ, ਧੀਆਂ ਭੈਣਾਂ ਦੀ ਬੇਪਤੀਆਂ ਹੋਈਆਂ, ਬਹੁਤਿਆਂ ਨੇ ਆਪਣਾ ਉਸ ਟਾਈਮ ਦੇ ਉੱਤੇ ਆਪਣੇ ਆਪ ਨੂੰ ਖਤਮ ਕਰ ਲਿਆ, ਖੂਹਾਂ ਛਾਲਾਂ ਮਾਰਤੀਆਂ। ਅਰਦਾਸ ਬੇਨਤੀ ਇੱਥੇ ਭਾਈ ਕੁਲਦੀਪ ਸਿੰਘ ਵਡਾਲਾ ਲੰਬਾ ਸਮਾਂ ਕਰਦੇ ਰਹੇ ਅਰਦਾਸ ਬੇਨਤੀ, ਉਸ ਅਰਦਾਸ ਬੇਨਤੀ ਨੂੰ ਬੂਰ ਪਿਆ ਤੇ ਹੁਣ ਇਹ ਕਰਤਾਰਪੁਰ ਲਾਂਘਾ ਖੁੱਲ੍ਹਾ ਵਾ। ਹੁਣ ਇਸ ਲਾਂਘੇ ਦੀ ਬਿਨਾਂ ਸ਼ਰਤੋਂ ਆਵਾਜ਼ ਹੋ ਰਹੀ ਹੈ ਕਿ ਬਿਨਾਂ ਸ਼ਰਤ, ਕਿਉਂਕਿ ਪਾਸਪੋਰਟ ਦੀ ਖਾਸ ਕਰਕੇ ਸ਼ਰਤ ਰੱਖੀ ਹੋਈ ਆ ਤੇ ਦੂਜੇ ਪਾਸੇ $20 ਜਿਹੜਾ ਕਿ ਪਾਕਿਸਤਾਨ ਸਰਕਾਰ ਖਰਚਾ ਲੈਂਦੀ ਆ। ਉਹਨਾਂ ਨੇ ਕਿਹਾ ਸਾਰਿਆਂ ਵੀਰਾਂ ਨੇ ਕਿ ਇਹ ਬਿਨਾਂ ਸ਼ਰਤ ਇਹ ਲਾਂਘਾ ਖੁੱਲ੍ਹੇ, ਕਿ ਇਹਦੇ ਉੱਤੇ ਆਧਾਰ ਕਾਰਡ ਦੇ ਉੱਤੇ ਜਾਂ ਇੱਧਰਲੇ ਪਾਸੇ ਕੋਈ ਵੀ ਜਿਹੜਾ ਕਾਰਡ ਚੱਲਦਾ ਹੋਵੇ ਜਿਹੜਾ ਕਿ ਆਧਾਰ ਕਾਰਡ ਵਾਂਗੂ, ਤੇ ਉਹਦੇ ਉੱਤੇ ਸੰਗਤਾਂ ਦਰਸ਼ਨ ਮੇਲੇ ਕਰ ਲੈਣ ਤਾਂ ਕਿ ਖੁੱਲ੍ਹੇ ਦਰਸ਼ਨ ਨਜ਼ਾਰੇ ਹੋ ਸਕਣ। ਇਹ ਅਰਦਾਸ ਬੇਨਤੀ ਦੂਸਰੀ ਅਰਦਾਸ ਬੇਨਤੀ ਅਕਾਲ ਤਖਤ ਸਾਹਿਬ ਤੋਂ ਹੋਈ ਆ, ਜਿਹੜੀ ਕਿ ਲਾਸਟ ਟਾਈਮ ਵੀ ਕੀਤੀ ਗਈ ਸੀ। ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਇੱਥੇ ਪਹੁੰਚ ਕੇ, ਜਿਹੜੇ ਕਿ ਸਾਬਕਾ ਸਿੰਘ ਸਾਹਿਬ ਆ ਇਸ ਟਾਈਮ ਤੇ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇੱਥੇ ਪਹੁੰਚੇ ਸੀ ਤੇ ਵਿਸ਼ੇਸ਼ ਤੌਰ 'ਤੇ ਅਰਦਾਸ ਬੇਨਤੀ ਕੀਤੀ। ਸਰਬੱਤ ਦਾ ਭਲਾ ਮੰਗਦੇ ਆ ਨਾਲੇ ਅਰਦਾਸ ਬੇਨਤੀ ਵਿੱਚ ਇਹੋ ਕਿਹਾ ਗਿਆ ਕਿ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੋ।